ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਸਾਹਿਬ ਦੀ ਕਥਾ ਵਾਰਤਾ ਚੱਲ ਰਹੀ ਹੈ। ਨਿਤਨੇਮ ਦੀਆਂ ਬਾਣੀਆਂ 'ਚੋਂ ਇਹ ਚੌਥੀ ਬਾਣੀ ਹੈ। ਪਹਿਲੀ ਬਾਣੀ ਜਪਜੀ ਸਾਹਿਬ, ਦੂਸਰੀ ਬਾਣੀ ਜਾਪ ਸਾਹਿਬ, ਤੀਸਰੀ ਬਾਣੀ ਤਪ ਪ੍ਰਸਾਦ ਸਵਈਏ, ਚੌਥੀ ਬਾਣੀ ਚੌਪਈ ਸਾਹਿਬ। ਕੱਲ੍ਹ 4 ਬੰਦਾਂ ਦੀ ਕਥਾ ਹੋ ਗਈ ਸੀ। ਅੱਜ 5ਵੇਂ ਬੰਦ ਦੀ ਕਥਾ ਸ਼ੁਰੂ ਹੋ ਰਹੀ ਹੈ। 5ਵਾਂ ਬੰਦ ਹੈ, ਆਪ ਹਾਥ ਦੈ ਮੁਝੈ ਉਬਰੀਏ। ਇਹਨੂੰ ਉਬਰਿਆ ਨਹੀਂ ਪੜ੍ਹਨਾ। ਉਬਰਿਆ ਤਾਂ ਪੜ੍ਹਦੇ ਜੇ ਯਈਏ ਦੀ ਥਾਂ 'ਤੇ ਆੜਾ ਹੁੰਦਾ। ਜੇ ਯਈਏ ਥਾਂ 'ਤੇ ਆੜਾ ਹੁੰਦਾ, ਆੜੇ ਦਲਾਵਾਂ ਹੁੰਦਾ, ਫਿਰ ਪੜ੍ਹਦੇ ਉਬਰਿਆ। ਹਿੰਦੀ ਦੇ ਜਿਹੜਾ ਯਈਆ ਹੁੰਦਾ ਉਹ 'ਚ ਸਿਹਾਰੀ ਦੀ ਆਵਾਜ਼ ਹੁੰਦੀ ਹੈ। ਜਿਵੇਂ ਜੱਜਾ ਯਈਆ, ਹਿੰਦੀ ਦਾ ਜੱਜਾ ਯਈਆ ਉਹ ਜੈ ਨਹੀਂ ਹੈ, ਉਹਦਾ ਉਚਾਰਨ ਹੈ ਜੈ। ਇਸੇ ਤਰ੍ਹਾਂ ਯਈਏ ਦੇ ਵਿੱਚ ਸਿਹਾਰੀ ਦੀ ਆਵਾਜ਼ ਪਹਿਲਾਂ ਹੀ ਹੁੰਦੀ ਹੈ ਅਤੇ ਇੱਕ ਸਿਹਾਰੀ ਰਾਰੇ ਨੂੰ ਪਹਿਲੇ ਲੱਗੀ ਹੋਈ ਹੈ, ਇਸ ਲਈ ਉਹਦੀ ਆਵਾਜ਼ ਫਿਰ ਦੂਣੀ ਹੋ ਜਾਏਗੀ। ਸਿਹਾਰੀ ਦੀ ਆਵਾਜ਼ ਬਿਹਾਰੀ ਵਰਗੀ ਹੋ ਜਾਏਗੀ। ਇਸ ਲਈ ਪੜ੍ਹਨਾ ਉਬਰੀਏ, ਰਾਰੇ ਨੂੰ ਬਿਹਾਰੀ ਲਾ ਕੇ ਬੋਲਣਾ। ਆਪ ਹਾਥ ਦੈ ਮੁਝੈ ਉਬਰੀਏ, ਮਰਨ ਕਾਲ ਕਾ ਤਰਾਸ ਨਿਵਰੀਏ। ਜਿਵੇਂ ਉਬਰੀਏ ਹੈ ਨਾ, ਇਸੇ ਤਰ੍ਹਾਂ ਨਿਵਰੀਏ ਹੈ। ਉੱਪਰ ਉਹਨੂੰ ਉਬਰੀਆ ਨਹੀਂ ਪੜ੍ਹ ਦੇਣਾ। ਕੋਈ ਇਸ ਨੂੰ ਉਬਰੀਆ ਵੀ ਪੜ੍ਹ ਸਕਦਾ ਹੈ, ਉਬਰੀਆ ਨਹੀਂ ਹੈ। ਇਹਦਾ ਉਚਾਰਨ ਹੈ ਉਬਰੀਏ। ਜਿਵੇਂ ਦੂਸਰਾ ਜੇ ਨਿਵਰੀਏ, ਇਸ ਤਰ੍ਹਾਂ ਉਚਾਰਨ ਹੈ। ਆਪ ਹਾਥ ਦੈ ਮੁਝੈ ਉਬਰੀਏ, ਮਰਨ ਕਾਲ ਕਾ ਤਰਾਸ ਨਿਵਰੀਏ। ਹੂ ਜੋ ਸਦਾ ਹਮਾਰੇ ਪਛ, ਸ਼੍ਰੀ ਅਸਤੋ ਜੂ ਕਰਿਓ ਰਛ। ਕਰਿਓ ਕਿਉਂਕਿ ਰਾਰੇ ਤੋਂ ਬਾਅਦ ਯਈਆ ਹੈ, ਇਸ ਲਈ ਜਿਹੜੀ ਰਾਰੇ ਨੂੰ ਸਿਹਾਰੀ ਲੱਗੀ ਹੈ ਉਹ ਆਵਾਜ਼ ਬਿਹਾਰੀ ਵਰਗੀ ਹੋ ਗਈ। ਕਰਿਓ, ਕੱਕਾ ਰਾਰੇ ਨੂੰ ਬਿਹਾਰੀ, ਆੜਾ ਹਾਹੇ ਨੂੰ ਸਿਹਾਰੀ, ਹਾਹੇ ਨੂੰ ਔਂਕੜੇ ਆਵਾਜ਼ ਹੋ ਗਈ। ਕਰਿਓ। ਫਿਰ ਇੱਕ ਵਾਰੀ ਸੁਣ ਲਓ। ਆਪ ਹਾਥ ਦੈ ਮੁਝੈ ਉਬਰੀਏ, ਮਰਨ ਕਾਲ ਕਾ ਤਰਾਸ ਨਿਵਰੀਏ। ਹੂ ਜੋ ਸਦਾ ਹਮਾਰੇ ਪਛ, ਸ਼੍ਰੀ ਅਸਤੋ ਜੂ ਕਰਿਓ ਰਛ। 10ਵੇਂ ਪਾਤਸ਼ਾਹ ਪਰਮਾਤਮਾ ਨੂੰ ਕਹਿ ਰਹੇ ਨੇ, ਆਪ ਹਾਥ ਦੈ ਮੁਝੈ ਉਬਰੀਏ। ਹੇ ਪਰਮਾਤਮਾ, ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ। ਮੁਝੈ ਉਬਰੀਏ, ਮੈਨੂੰ ਬਚਾ ਲਓ। ਮਰਨ ਕਾਲ ਕਾ ਤਰਾਸ ਨਿਵਰੀਏ। ਮਰਨ ਮੈਨੇ ਮੌਤ, ਕਾਲ ਹੁੰਦਾ ਸਮਾਂ। ਮੌਤ ਦੇ ਸਮੇਂ, ਕਾ ਮੈਨੇ ਦਾ, ਮੌਤ ਦੇ ਸਮੇਂ ਦਾ। ਤਰਾਸ ਹੁੰਦਾ ਡਰ। ਨਿਵਰੀਏ ਦੂਰ ਕਰ ਦਿਓ। ਮਰਨ ਸਮੇਂ ਦਾ ਜਿਹੜਾ ਡਰ ਹੈ ਉਹ ਦੂਰ ਕਰ ਦਿਓ। ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਅਤੇ ਮਰਨ ਸਮੇਂ ਜਿਹੜਾ ਮਨੁੱਖ ਨੂੰ ਡਰ ਲੱਗਦਾ ਨਾ, ਮੌਤ ਦਾ ਡਰ ਹੁੰਦਾ। ਅਗਲਾ ਕਹਿੰਦਾ ਕੋਈ ਡਾਕੂ ਆ ਗਏ ਨੇ, ਕਹਿੰਦੇ ਬਾਬਾ ਜੀ ਜੋ ਕੋਈ ਤੁਹਾਡੇ ਕੋਲ ਹੈਗਾ ਧਰ ਦਿਓ, ਨਹੀਂ ਗੋਲੀ ਮਾਰ ਦਾਂਗੇ। ਗੋਲੀ ਮਾਰ ਦਾਂਗੇ। ਜੇ ਤਾਂ ਮੈਨੂੰ ਜਾਨ ਪਿਆਰੀ ਹੈ ਤਾਂ ਫਿਰ ਜੋ ਹੈ ਦੇ ਦਾਂਗਾ, ਅਤੇ ਜੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਜਿੱਦੇ ਮਰਨਾ ਉਦੋਂ ਹੀ ਮਰਨਾ, ਉਦੋਂ ਪਹਿਲਾਂ ਮੈਂ ਮਰ ਨਹੀਂ ਸਕਦਾ, ਅਤੇ ਫਿਰ ਮੈਂ ਕਹਾਂ ਮੈਂ ਨਹੀਂ ਦਿੰਦਾ, ਜੋ ਮਰਜ਼ੀ ਕਰ ਲਓ, ਵੀ ਜੋ ਮਰਜ਼ੀ ਕਰ ਲਓ। ਸੋ ਮਰਨ ਤੋਂ ਹਰ ਬੰਦਾ ਡਰਦਾ ਹੈ। ਮਰਨ ਭਾਵੇਂ ਗੁਰੂ ਮਹਾਰਾਜ ਦੇਖਣ ਨੂੰ ਆਪਣੇ ਵੱਲੋਂ ਪਰਮਾਤਮਾ ਨੂੰ ਕਹਿ ਰਹੇ ਨੇ, ਪਰ ਜਿਹੜੀ ਬਾਣੀ ਲਿਖੀ ਗਈ ਹੈ ਤੇ ਸਾਡੇ ਲਈ ਨਾ।
ਬਾਣੀ ਤਾਂ ਉਹਨਾਂ ਨੇ ਸਿੱਖਾਂ ਲਈ ਲਿਖੀ ਹੈ, ਆਪਣੇ ਲਈ ਨਹੀਂ ਲਿਖੀ। ਬਾਣੀ ਤਾਂ ਸਾਡੇ ਲਈ ਲਿਖੀ ਹੈ, ਅਤੇ ਸਾਡੇ ਵੱਲੋਂ ਹੀ ਉਹ ਪਰਮਾਤਮਾ ਨੂੰ ਕਹਿ ਰਹੇ ਨੇ। ਮਰਨ ਕਾਲ ਕਾ ਤਰਾਸ ਨਿਵਰੀਐ, ਮੌਤ ਦੇ ਸਮੇਂ ਦਾ ਜਿਹੜਾ ਡਰ ਹੈ ਨਾ, ਕਹਿੰਦੇ ਉਹ ਮੇਰਾ ਦੂਰ ਕਰ ਦਿਓ। ਹੂਜੋ ਮੈਨੇ ਹੋਵੋ, ਹੂਜੋ ਹੋਵੋ, ਸਦਾ ਹਮਾਰੇ ਪੱਛਾ ਦਾ ਮਤਲਬ ਹੁੰਦਾ ਪਿੱਛੇ ਹੁੰਦਾ, ਇੱਥੇ ਹੁੰਦਾ ਸਹਾਇਕ, ਸਹਾਇਤਾ ਕਰਨ ਵਾਲਾ। ਹੂਜੋ ਹੋਵੋ ਸਦਾ ਹਮਾਰੇ ਪੱਛਾ, ਤੁਸੀਂ ਸਦਾ ਹੀ ਸਾਡੇ ਮਦਦਗਾਰ ਹੋਵੋ, ਸਹਾਇਤਾ ਕਰਨ ਵਾਲੇ ਹੋਵੋ। ਭਾਵ ਤੁਸੀਂ ਸਦਾ ਸਾਡੀ ਸਹਾਇਤਾ ਕਰੋ। ਪੱਛਾ ਦਾ ਸਹਾਇਤਾ ਕਰਨ ਵਾਲਾ, ਮਦਦ ਕਰਨ ਵਾਲਾ। ਜਿਹੜਾ ਮਦਦ ਕਰਨ ਵਾਲਾ ਉਹਨੂੰ ਫਾਰਸੀ 'ਚ ਕਹਿੰਦੇ ਮਦਦਗਾਰ। ਮਦਦ ਦਾ ਸਾਰਾ ਮੀਨਿੰਗ ਹੁੰਦਾ, ਮਦਦ ਹੁੰਦਾ ਸਹਾਇਤਾ, ਗਾਰ ਹੁੰਦਾ ਕਰਨ ਵਾਲਾ, ਕਰਨ ਵਾਲਾ, ਮਦਦਗਾਰ, ਸਹਾਇਤਾ ਕਰਨ ਵਾਲਾ। ਹੂਜੋ ਸਦਾ ਹਮਾਰੇ ਪੱਛਾ, ਸਦਾ ਸਾਡੀ ਸਹਾਇਤਾ ਕਰਨ ਵਾਲੇ ਹੋ। ਸ਼੍ਰੀ ਅਸਤੋ ਜੂ ਹੁੰਦਾ ਜੀ, ਜੂ ਦਾ ਮਤਲਬ ਜੀ। ਸ਼੍ਰੀ ਅਸਤੋ ਜੀ ਪਰਮਾਤਮਾ ਨੂੰ ਕਹਿੰਦੇ ਨੇ। ਹੇ ਵਾਹਿਗੁਰੂ ਜੀ, ਕਰਿਓ ਰੱਛਾ, ਸਾਡੀ ਰੱਖਿਆ ਕਰੋ। ਰੱਛਾ ਮੈਨੇ ਰੱਖਿਆ, ਸਾਡੀ ਰੱਖਿਆ ਕਰੋ। ਕਰਿਓ ਕਰੋ, ਇਹ ਚਾਹੇ ਨੇ ਇੱਕ ਆਇਆ ਉਬਰੀਏ, ਬਚਾ ਲਓ। ਨਿਵਰੀਏ, ਦੂਰ ਕਰ ਦਿਓ। ਪੱਛਾ, ਮਦਦਗਾਰ। ਕਰਿਓ ਕਰੋ। ਸ਼੍ਰੀ ਅਸਤੋਜ ਪਰਮਾਤਮਾ, ਜੂ ਮੈਨੇ ਜੀ। ਇੱਕ ਸ਼ਬਦ ਹੂ ਜੋ ਹੋਵੋ, ਇੱਕ ਸ਼ਬਦ ਕਾਲ ਸਮਾਂ, ਇੱਕ ਸ਼ਬਦ ਤਰਾਸ ਡਰ। ਆਪ ਹੱਥ ਮੁਝੇ ਉਬਰੀਏ, ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ। ਮਰਨ ਕਾਲ ਕਾ ਤਰਾਸ ਨਿਵਰੀਏ, ਮਰਨ ਸਮੇਂ ਦਾ ਜਿਹੜਾ ਡਰ ਹੈ ਉਸ ਨੂੰ ਦੂਰ ਕਰ ਦਿਓ। ਹੂ ਜੋ ਸਦਾ ਹਮਾਰੇ ਪੱਛਾ, ਹਮੇਸ਼ਾ ਸਾਡੀ ਸਹਾਇਤਾ ਕਰਨ ਵਾਲੇ ਬਣੋ। ਪੱਛਾ ਮਦਦਗਾਰ, ਸਹਾਇਤਾ ਕਰਨ ਵਾਲਾ। ਹਮੇਸ਼ਾ ਸਾਡੀ ਸਹਾਇਤਾ ਕਰਨ ਵਾਲੇ ਹੋਵੋ। ਸ਼੍ਰੀ ਅਸਤੁਜ ਪਰਮਾਤਮਾ ਨੂੰ ਕਹਿੰਦੇ ਨੇ। ਜੂ ਮੈਨੇ ਜੀ, ਹੇ ਵਾਹਿਗੁਰੂ ਜੀ, ਕਰਿਓ ਰੱਛਾ, ਸਾਡੀ ਰੱਖਿਆ ਕਰੋ। ਅੱਗੇ ਕਹਿੰਦੇ ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧੁ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਤੁਰਦਸ ਕੰਤਾ। ਰਾਖ ਲਿਓ ਮੋਹਿ ਰਾਖਣ ਹਾਰੇ, ਹੇ ਪਰਮਾਤਮਾ ਤੁਸੀਂ ਤੇ ਰੱਖਿਆ ਕਰਨ ਵਾਲੇ ਹੋ। ਰਾਖਣ ਹਾਰੇ, ਰੱਖਿਆ ਕਰਨ ਵਾਲੇ ਹੋ। ਰਾਖ ਲਿਓ ਮੋਹਿ, ਮੇਰੀ ਵੀ ਰੱਖਿਆ ਕਰੋ। ਤੁਸੀਂ ਰੱਖਿਆ ਕਰਨ ਵਾਲੇ ਹੋ, ਰਾਖਣ ਹਾਰੇ ਹੋ, ਮੇਰੀ ਵੀ ਰੱਖਿਆ ਕਰੋ। ਸਾਹਿਬ ਸੰਤ ਸਹਾਏ ਪਿਆਰੇ, ਸਾਹਿਬ ਅਰਥਾ ਮਾਲਕ, ਇੱਥੇ ਪਾ ਪਰਮਾਤਮਾ। ਪਰਮਾਤਮਾ ਸੰਤਾਂ ਦਾ ਸਹਾਇਕ ਹੈ ਅਤੇ ਪਿਆਰੇ ਅਤੇ ਪਿਆਰ ਕਰਦਾ ਹੈ। ਪਰਮਾਤਮਾ ਸੰਤਾਂ ਦੀ ਸਹਾਇਤਾ ਕਰਦਾ ਅਤੇ ਸੰਤਾਂ ਨੂੰ ਪਿਆਰ ਕਰਦਾ। ਸਵਾਲ ਪੈਦਾ ਕਿ ਤੁਹਾਨੂੰ ਮੈਨੂੰ ਕਿਉਂ ਨਹੀਂ ਕਰਦਾ ਬਈ? ਗੱਲ ਤਾਂ ਹੈ, ਉਹਨਾਂ ਨੂੰ ਕਿਉਂ ਕਰਦਾ? ਪਰਮਾਤਮਾ ਦਾ ਨਾਮ ਹੈ ਭਗਤ ਬਚਲ। ਭਗਤ ਬਚਲ, ਜਿਹੜਾ ਭਗਤੀ ਕਰਦਾ ਹੈ ਪਰਮਾਤਮਾ ਉਹਨੂੰ ਪਿਆਰ ਕਰਦਾ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ। ਜਿਹੜਾ ਭਗਤੀ ਕਰੇਗਾ ਪਰਮਾਤਮਾ ਉਹਨੂੰ ਪਿਆਰ ਕਰੇਗਾ। ਸੰਤਾਂ ਮਹਾਤਮਾ ਦਾ ਕੰਮ ਹੀ ਭਜਨ ਬੰਦਗੀ ਕਰਨਾ, ਇਸ ਲਈ ਪਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਅਤੇ ਜਿਹਨੂੰ ਪਰਮਾਤਮਾ ਪਿਆਰ ਕਰਦਾ ਫਿਰ ਉਹਦੀ ਰੱਖਿਆ ਵੀ ਕਰਦਾ, ਫਿਰ ਉਸਦੀ ਰੱਖਿਆ ਵੀ ਕਰਦਾ।
ਸੋ ਇਸ ਲਈ ਤਾਂ ਪਰਮਾਤਮਾ ਜਿਹੜਾ ਹੈ ਸੰਤਾਂ ਦਾ ਪਿਆਰਾ ਹੈ, ਉਹਨਾਂ ਦਾ ਸਹਾਈ ਹੈ। ਸੋ ਤੁਸੀਂ ਵੀ ਭਜਨ ਬੰਦਗੀ ਕਰਿਆ ਕਰੋ, ਪਰਮਾਤਮਾ ਤੁਹਾਨੂੰ ਵੀ ਪਿਆਰ ਕਰੇਗਾ, ਤੁਹਾਡੀ ਵੀ ਸਹਾਇਤਾ ਕਰੇਗਾ। ਇੱਕ ਵਾਰੀ ਮੈਂ ਪੜ੍ਹ ਰਿਹਾ ਸੀ ਕਿਤਾਬ, ਉਹ 'ਚ ਵਰਣਨ ਆਇਆ ਕਿ ਕਸ਼ਮੀਰ ਦੇ ਵਿੱਚ ਬਾਰਾਮੂਲਾ ਆਖਰੀ ਸ਼ਹਿਰ ਹੈ, ਉਦੋਂ ਅੱਗੇ ਫਿਰ ਹੱਦ ਸ਼ੁਰੂ ਹੋ ਜਾਂਦੀ ਹੈ। ਔਰ ਜੇਹਲਮ ਦਰਿਆ ਦੇ ਕੰਢੇ 'ਤੇ ਸ਼ਹਿਰ ਵਸਿਆ ਹੋਇਆ ਹੈ। ਉਹ ਉੜੀ ਸੈਕਟਰ ਕਹਿੰਦੇ ਨੇ, ਫੌਜੀ ਨੇ ਉੱਥੇ ਰਹਿੰਦੇ ਨੇ। ਇੱਕ ਫੌਜੀ ਰੋਜ਼ ਦਰਿਆ ਦੇ ਕੰਢੇ 'ਤੇ ਸ਼ਾਮ ਨੂੰ ਬੈਠ ਕੇ, ਇੱਕ ਚੌੜੀ ਸਾਰੀ ਸਿੱਲ ਸੀ ਪੱਥਰ ਦੀ, ਉਸ 'ਤੇ ਬੈਠ ਕੇ ਸਿਮਰਨ ਕਰਿਆ ਕਰਦਾ। ਉੱਚੀ ਅਵਸਥਾ ਦਾ ਸੀ। ਉਹ ਲਿਖਦਾ ਹੈ ਵੀ ਇੱਕ ਦਿਨ ਸ਼ਾਮ ਨੂੰ ਮੈਂ ਸਿਮਰਨ ਕਰ ਰਿਹਾ, ਕੀ ਦੇਖਦਾ ਸਾਹਮਣੇ ਸ਼ੇਰ ਮੇਰੇ ਵੱਲ ਨੂੰ ਆ ਰਿਹਾ ਹੈ, ਪਰ ਮੈਨੂੰ ਦ੍ਰਿੜ ਵਿਸ਼ਵਾਸ ਸੀ ਕਿ ਮੈਂ ਪਰਮਾਤਮਾ ਦਾ ਸਿਮਰਨ ਕਰ ਰਿਹਾ, ਮੈਨੂੰ ਸ਼ੇਰ ਕੁਝ ਨਹੀਂ ਕਹੇਗਾ। ਮੈਂ ਕੋਈ ਡਰ ਕੇ ਭੱਜਿਆ ਨਹੀਂ, ਮੈਂ ਕੋਈ ਡਰ ਕੇ ਉੱਠਿਆ ਨਹੀਂ, ਮੈਂ ਕੋਈ ਡਰ ਕੇ ਸਿਮਰਨ ਨਹੀਂ ਬੰਦ ਕੀਤਾ। ਉਹ ਕਹਿੰਦਾ ਜਦੋਂ ਸ਼ੇਰ ਵਾਕਈ ਬਿਲਕੁਲ ਮੇਰੇ ਨੇੜੇ ਆ ਗਿਆ ਤਾਂ ਮੈਂ ਕੀ ਦੇਖਦਾ ਕਿ ਮੇਰੇ ਆਲੇ ਦੁਆਲੇ ਲੋਹੇ ਦਾ ਬੜਾ ਮਜ਼ਬੂਤ ਜੰਗਲਾ ਉਸਰ ਗਿਆ ਚਾਰੇ ਪਾਸੇ। ਸ਼ੇਰ ਆਪਣੇ ਪੰਜੇ ਉਸ ਜੰਗਲੇ 'ਚ ਮਾਰੀ ਜਾਂਦਾ ਹੈ, ਪਰ ਉਹ ਜੰਗਲਾ ਉਸ ਤੋਂ ਨਹੀਂ ਟੁੱਟਿਆ। ਸ਼ੇਰ ਥੱਕ ਕੇ ਵਾਪਸ ਚਲਿਆ ਗਿਆ ਹੈ। ਜਦੋਂ ਸ਼ੇਰ ਵਾਪਸ ਗਿਆ, ਉਹ ਜੰਗਲਾ ਆਪਣੇ ਆਪ ਹੀ ਹਟ ਗਿਆ ਅਤੇ ਮੈਂ ਉੱਥੋਂ ਉੱਠ ਕੇ ਆਪਣੇ ਘਰ ਨੂੰ ਆ ਗਿਆ। ਤਾਂ ਕਿ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਪਰਮਾਤਮਾ ਦਾ ਨਾਮ ਨਾ ਰਾਮ ਕਾਰ ਹੈ। ਐਂ ਸਮਝੋ ਪਰਮਾਤਮਾ ਦਾ ਨਾਮ ਸਾਡੇ ਦੁਆਲੇ ਇੱਕ ਐਸੀ ਲਾਈਨ ਖਿੱਚ ਦਿੰਦਾ ਹੈ, ਜਿਵੇਂ ਲਛਮਣ ਜੀ ਨੇ ਸੀਤਾ ਮਾਤਾ ਦੇ ਆਲੇ ਦੁਆਲੇ ਲਾਈਨ ਖਿੱਚਦੀ ਕੁਟੀਆ ਦੇ। ਉਹ ਰਾਮ ਕਾਰ ਸੀ। ਕਾਰ ਮੈਨੇ ਲਾਈਨ। ਅਤੇ ਕਿਆ ਉਹ ਆਪਣੀ ਭਰਜਾਈ ਨਹੀਂ ਸੀ ਕਹਿੰਦਾ, ਭਾਬੀ ਨਹੀਂ ਸੀ ਕਹਿੰਦਾ, ਹਮੇਸ਼ਾ ਮਾਤਾ ਜੀ ਕਿਹਾ ਕਰਦਾ ਸੀ। ਆਪਣੀ ਭਰਜਾਈ ਨੂੰ ਮਾਤਾ ਜੀ ਕਿਹਾ ਕਰਦਾ ਸੀ ਲਛਮਣ। ਕਹਿੰਦੇ ਮਾਤਾ ਜੀ ਤੁਸੀਂ ਇਸ ਲਾਈਨ ਤੋਂ ਬਾਹਰ ਨਹੀਂ ਆਉਣਾ, ਇਸ ਲਾਈਨ ਦੇ ਅੰਦਰ ਅੰਦਰ ਰਹਿਣਾ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕੇਗਾ। ਰਾਮ ਕਾਰ ਖਿੱਚਦੀ। ਜਦੋਂ ਰਾਵਣ ਨੂੰ ਪਤਾ ਲੱਗਿਆ ਕਿ ਰਾਮ ਚੰਦਰ ਅਤੇ ਲਛਮਣ ਬਾਹਰ ਗਏ ਨੇ ਸ਼ਿਕਾਰ ਖੇਡਣ ਅਤੇ ਸੀਤਾ ਇਕੱਲੀ ਹੈ, ਉਹ ਸਾਧੂ ਦਾ ਭੇਖ ਬਣਾ ਕੇ ਆ ਗਿਆ। ਕੁਟੀਆ ਦੇ ਅੱਗੇ ਖਲੋ ਕੇ ਆਵਾਜ਼ ਦਿੰਦਾ, ਜਿਵੇਂ ਰੱਖ ਨਿਰੰਜਨ ਆਪਾਂ ਕਹਿੰਦੇ ਵੀ ਭਿੱਖਿਆ ਪਾਓ ਜੀ। ਉਹ ਸੀਤਾ ਕਹਿੰਦੀ ਵੀ ਤੁਸੀਂ ਅੰਦਰ ਆ ਕੇ ਲੈ ਲਓ, ਵੀ ਅੱਗੇ ਆ ਜਾਓ। ਉਹ ਜਦੋਂ ਲਾਈਨ 'ਤੇ ਪੈਰ ਧਰਦੇ, ਲਾਈਨ ਨੂੰ ਅੱਗ ਲੱਗ ਜਾਂਦੀ ਹੈ, ਉਹ ਪਿੱਛੇ ਹਟ ਜਾਂਦਾ। ਉਹ ਕਹਿੰਦਾ ਦੇਖੋ ਵੀ ਮੈਂ ਹੈਗਾ ਭਿੱਖਿਆ ਮੰਗਣ ਵਾਲਾ ਸਾਧੂ, ਅਤੇ ਸਾਧੂ ਦਾ ਕੰਮ ਨਹੀਂ ਗ੍ਰਸਤੀ ਦੇ ਘਰ ਆਵੇ। ਸਾਡਾ ਇੱਕ ਸਾਧੂ ਦਾ ਇਹ ਕੰਮ ਨਹੀਂ ਕਿ ਉਹ ਗ੍ਰਸਤੀ ਦੇ ਘਰ ਆਵੇ, ਉਹਦਾ ਕੰਮ ਹੈ ਗ੍ਰਸਤੀ ਦੇ ਬੂਹੇ 'ਤੇ ਖਲੋ ਕੇ ਮੰਗਣਾ। ਇਸ ਲਈ ਜੇ ਤੁਸੀਂ ਮੈਨੂੰ ਭਿੱਖਿਆ ਪਾਉਣੀ ਹੈ ਤਾਂ ਇੱਥੇ ਆ ਕੇ ਪਾਓ। ਪੁਰਾਣੇ ਜ਼ਮਾਨੇ ਦੇ ਸਾਧੂਆਂ ਨੂੰ ਕਦੇ ਵੀ ਖਾਲੀ ਨਹੀਂ ਸੀ ਮੋੜਿਆ ਜਾਂਦਾ, ਮਾੜਾ ਗਿਣਿਆ ਜਾਂਦਾ ਸੀ ਕਿ ਇੱਕ ਸਾਧੂ ਤੁਹਾਡੇ ਘਰ ਆਇਆ ਕੋਈ ਚੀਜ਼ ਲੈਣ ਅਤੇ ਤੁਸੀਂ ਨਾ ਕਰਤੀ। ਹੁਣ ਸੀਤਾ ਨੂੰ ਉਹ ਗੱਲ ਹੀ ਭੁੱਲ ਗਈ, ਨਹੀਂ ਤਾਂ ਕਦੇ ਨਹੀਂ ਜੀ ਮੈਂ ਨਹੀਂ ਇੱਥੇ ਆ ਸਕਦੀ, ਤੁਸੀਂ ਭਿੱਖਿਆ ਲੈਣੀ ਇੱਥੇ ਆ ਕੇ ਲੈ ਲਓ, ਨਹੀਂ ਤਾਂ ਫਿਰ ਆ ਜਾਓ। ਉਹ ਸਾਧੂ ਦਾ ਸਤਿਕਾਰ ਕਰਨ ਕਰਕੇ ਉਹ ਭਿੱਖਿਆ ਲੈ ਕੇ ਜਦੋਂ ਉਸ ਲਾਈਨ ਨੂੰ ਕ੍ਰੋਸ ਕੀਤਾ ਨਾ, ਉਹ ਰਾਵਣ ਚੱਕ ਕੇ ਲੈ ਗਿਆ, ਚੱਕ ਕੇ ਲੈ ਗਿਆ। ਜਿੰਨਾ ਚਿਰ ਸੀਤਾ ਉਸ ਲਾਈਨ ਦੇ ਅੰਦਰ ਰਹੀ, ਰਾਵਣ ਕੁਝ ਨਹੀਂ ਕਰ ਸਕਿਆ, ਕਿਉਂਕਿ ਰਾਵਣ ਜੇ ਅੰਦਰ ਜਾਂਦਾ ਸੀ ਉਹ
ਲਾਈਨ ਵਗ ਲੱਗ ਜਾਂਦੀ ਸੀ, ਅੰਦਰ ਨਹੀਂ ਸੀ ਵੜ ਸਕਦਾ। ਇਸ ਤਰ੍ਹਾਂ ਰੱਖਿਆ ਤਾਂ ਹੁੰਦੀ ਹੈ। ਹੁਣ ਜੇ ਅਸੀਂ ਆਪ ਹੀ ਗਲਤੀ ਕਰੀਏ ਤਾਂ ਫਿਰ ਉੱਥੇ ਪਰਮਾਤਮਾ ਜਾਂ ਉੱਥੇ ਲਛਮਣ ਦਾ ਕੀ ਕਸੂਰ ਸੀ? ਉਹ ਤਾਂ ਖਿੱਚ ਗਿਆ ਸੀ ਲਾਈਨ ਰਾਮ ਨਾਮ ਦੀ। ਇਹ ਇਸੇ ਤਰ੍ਹਾਂ ਹੀ ਜਿਹੜੇ ਗੁਰਬਾਣੀ ਹੈ ਨਾ, ਇਹ ਸਾਡੇ ਲਈ ਰਾਮਕਾਰ ਹੈ ਕਿ ਤੁਸੀਂ ਇਹਦੇ ਦਾਇਰੇ ਵਿੱਚ ਰਹਿਣਾ। ਗੁਰਬਾਣੀ ਕਹਿੰਦੀ ਹੈ ਤੂੰ ਆਹ ਕਰਦਾ ਰਹਿ, ਤੇਰਾ ਕੁਛ ਨਹੀਂ ਵਿਗੜੇਗਾ। ਜੇ ਮੈਂ ਗੁਰਬਾਣੀ ਤੱਤਸਾਰ ਤੁਹਾਨੂੰ ਦੱਸਦਾ ਰਹਿਣਾ ਕਿ ਭਾਈ 10 ਨੂੰਹਾਂ ਦੀ ਕਿਰਤ ਕਰੋ, ਨਾ ਨਸ਼ਾ ਕਰੋ ਨਾ ਵੇਚੋ। ਆਹ ਦੇਖੋ ਨਸ਼ਾ ਕਰਨ ਵਾਲੇ ਕਿੰਨੇ ਹੀ ਮਰ ਗਏ। ਕਿਉਂ? ਸਰਕਾਰ ਨੇ ਠੇਕੇ ਖੋਲ੍ਹੇ ਨੇ ਵੀ ਜੇ ਪੀਣੀ ਹੈ ਤਾਂ ਉੱਥੋਂ ਪੀ ਲਓ। ਮੰਨ ਲਓ ਠੇਕੇ ਦੀ ਸ਼ਰਾਬ ਪੀ ਕੇ ਮਰਦੇ ਤਾਂ ਸਰਕਾਰ ਅਤੇ ਉਹ ਠੇਕੇਦਾਰ ਦੋਨਾਂ ਨੇ ਉਲਝ ਜਾਣਾ ਸੀ ਵਿੱਚ। ਉਹਨਾਂ ਨੇ ਪਤਾ ਨਹੀਂ ਕਿੱਥੋਂ ਪੀਤੀ, ਕੀ ਉਹਦੇ 'ਚ ਅੱਲਾ ਜਾਣੇ, ਇੰਨੇ ਮਰ ਗਏ, ਇੰਨੇ ਮਰ ਗਏ। ਦੋਨੋਂ ਹੀ ਕਸੂਰਵਾਰ ਨੇ। ਜਿਹੜੇ ਪੀਣ ਵਾਲੇ ਉਹ ਵੀ ਤੁਸੀਂ ਦੇਸੀ ਕਿਉਂ ਪੀਤੀ, ਤੂੰ ਕਿਉਂ ਪੀਤੀ? ਜਦੋਂ ਸਰਕਾਰ ਨੇ ਠੇਕੇ ਖੋਲ੍ਹੇ ਤਾਂ ਠੇਕੇ ਦੀ ਕਿਉਂ ਲਈ, ਦੇਸੀ ਕਿਉਂ ਲਈ? ਜਿਹੜੇ ਦੇਸੀ ਕੱਢਦੇ ਸੀ ਉਹ ਵੀ ਫਸ ਗਏ, ਅਤੇ ਜਿਨ੍ਹਾਂ ਨੇ ਉਹਨੂੰ ਆਗਿਆ ਦਿੱਤੀ ਕੱਢਣ ਦੀ ਉਹ ਵੀ ਡਿੱਕੇ ਚਾ ਜਾਣਗੇ। ਕਿਉਂ? ਉਹਨਾਂ ਜੇ ਕੁਟਾਪਾ ਹੋਏਗਾ ਉਹ ਫਿਰ ਕਹਿ ਨਹੀਂ ਸੁਣਦੇ, ਫਲਾਣੇ ਨੇ ਕਿਹਾ ਸੀ ਕਰ ਲਿਆ ਕਰੋ, ਇੰਨੇ ਪੈਸੇ ਦੇ ਦਿਆ ਕਰੋ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਇਹ ਮਨੁੱਖ ਆਪ ਹੀ ਕਸੂਰਵਾਰ ਹੈ, ਇਹ ਮਰਿਆਦਾ ਨੂੰ ਭੰਗ ਕਰਦਾ ਹੈ ਆਪ। ਹੁਣ ਗੁਰੂ ਮਹਾਰਾਜ ਕਹਿੰਦੇ ਕੋਈ ਵੀ ਨਸ਼ਾ ਨਹੀਂ ਕਰਨਾ। ਸ਼ਰਾਬ ਵਿੱਚ ਨਸ਼ਾ, ਕੋਈ ਵੀ ਨਸ਼ਾ ਨਹੀਂ ਕਰਨਾ। ਬੀੜੀ ਸਿਗਰਟ ਵੀ ਨਸ਼ਾ, ਬੀੜੀ ਸਿਗਰਟ ਵੀ ਨਸ਼ਾ ਹੈ, ਫੀਮ ਵੀ ਨਸ਼ਾ, ਭੁੱਕੀ ਵੀ ਨਸ਼ਾ, ਸ਼ਰਾਬ ਵੀ ਨਸ਼ਾ, ਅਤੇ ਹੋਰ ਪਤਾ ਨਹੀਂ ਕਿੰਨੇ ਕੁਛ ਆ ਗਿਆ ਹੈ। ਗੁਰੂ ਮਹਾਰਾਜ ਕਹਿੰਦੇ 10 ਨੂੰਹਾਂ ਦੀ ਕਿਰਤ ਕਰਨੀ ਹੈ, ਹਰਾਮ ਦੀ ਕਮਾਈ ਦੇ ਇੱਕ ਨਵਾਂ ਪੈਸਾ ਵੀ ਘਰ ਨਹੀਂ ਲਿਆਉਣਾ, ਨਹੀਂ ਤੁਹਾਡੇ ਜਵਾਕ ਜਾਣਗੇ ਵਿਗੜ ਅਤੇ ਫਿਰ ਸਾਰੀ ਉਮਰ ਹੋਈ ਜਾਓਗੇ। ਘਰ ਦਾ ਇੱਕ ਜੀਅ ਵੀ ਵਿਗੜ ਜਾਏ ਨਾ ਅਤੇ ਘਰ 'ਤੇ ਬਣ ਜਾਂਦਾ ਨਰਕ। ਅਸੀਂ ਆਪਣੇ ਘਰਾਂ ਨੂੰ ਆਪ ਹੀ ਨਰਕ ਬਣਾਉਣ 'ਤੇ ਲੱਗੇ ਹੋਏ ਹਾਂ। ਤਾਂ ਕਹਿੰਦੇ ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ, ਅਸੀਂ ਆਪ ਹੀ ਨਰਕ ਬਣਾਉਣ 'ਤੇ ਲੱਗੇ। ਗੁਰੂ ਮਹਾਰਾਜ ਜਿਹੜੀ ਰਾਮਕਾਰ ਸਾਡੇ ਦੁਆਲੇ ਖਿੱਚੀ, ਉਹ ਕਹਿੰਦੇ ਨੰਬਰ 1 10 ਨੂੰਹਾਂ ਦੀ ਕਿਰਤ ਕਰਨੀ ਹੈ, ਨੰਬਰ 2 ਨਾ ਨਸ਼ਾ ਕਰਨਾ ਨਾ ਵੇਚਣਾ, ਨੰਬਰ 3 ਆਪਣਾ ਚਾਲ ਚੱਲਣ ਉੱਚਾ ਰੱਖਣਾ। ਲੈ 3 ਗੱਲਾਂ 'ਤੇ ਪਹਿਰਾ ਦੇ ਦਿਓ ਅਤੇ ਮੌਜੀ ਕਰੋ, ਤੁਹਾਡੇ ਦੁਆਰੇ ਰਾਮਕਾਰ ਹੋਏਗੀ। ਕੁਛ ਨਹੀਂ ਤੁਹਾਡਾ ਵਿਗੜਦਾ, ਕੁਛ ਨਹੀਂ ਵਿਗੜੇਗਾ। ਅਗਰ ਅਸੀਂ ਪੁੱਠੇ ਕੰਮ ਕਰਾਂਗੇ ਫਿਰ ਸਾਡੇ ਲਈ ਕਦੇ ਵੀ ਸਿਆਪਾ ਖੜਾ ਹੋ ਸਕਦਾ ਹੈ। ਇਸ ਲਈ ਇਹ ਰਾਮਕਾਰ ਸਾਡੇ ਲਈ ਬਣਾਈ ਬਾਣੀ ਜਿਹੜੀ ਹੈ ਕਿ ਭਾਈ ਬਾਣੀ ਅਨੁਸਾਰ ਜੀਵਨ ਜਿਉਂ, ਫਿਰ ਤੁਹਾਡਾ ਕੁਛ ਨਹੀਂ ਵਿਗੜੇਗਾ। ਜਦੋਂ ਅਸੀਂ ਬਾਣੀ ਅਨੁਸਾਰ ਜੀਵਨ ਜਿਵਾਂਗੇ, ਅਸੀਂ ਭਜਨ ਬੰਦਗੀ ਕਰਾਂਗੇ ਤਾਂ ਗੁਰਬਾਣੀ ਲਿਖਦੇ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਨਾਲੇ ਸਾਡੇ ਕਾਰਜ ਸਵਾਰੇ ਜਾਣਗੇ, ਹਰ ਪ੍ਰਕਾਰ ਦੀ ਪਰਮਾਤਮਾ ਰੱਖਿਆ ਕਰੇਗਾ। ਕਿਉਂਕਿ ਜਦੋਂ ਅਸੀਂ ਭਜਨ ਬੰਦਗੀ ਕਰਦੇ ਰਹਾਂਗੇ, ਗੁਰੂ ਮਹਾਰਾਜ ਵੀ ਖੁਸ਼ ਅਤੇ ਰੱਬ ਵੀ ਖੁਸ਼। ਅਤੇ ਜੇ ਸਿੱਖ ਅਤੇ ਗੁਰੂ ਖੁਸ਼ ਹੋਵੇ, ਰੱਬ ਖੁਸ਼ ਹੋਵੇ, ਹੋਰ ਦੱਸੋ ਉਸਨੂੰ ਕੀ ਚਾਹੀਦਾ। ਇਸ ਲਈ ਸਾਡਾ ਫਰਜ਼ ਬਣਦਾ ਸੀ ਸ਼ੁਭ ਕਰਮ ਕਰੀਏ ਅਤੇ ਨਾਮ ਜਪਦੇ ਰਹੀਏ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਹੇ ਪਰਮਾਤਮਾ ਸਾਹਿਬ, ਹੇ ਪਰਮਾਤਮਾ ਸੰਤ ਸਹਾਏ ਪਿਆਰੇ, ਤੂੰ ਸੰਤਾਂ ਦਾ ਸਹਾਇਕ ਹੈ, ਤੂੰ ਸੰਤਾਂ ਦਾ ਪਿਆਰਾ ਹੈ। ਦੀਨ ਬੰਧੁ, ਦੀਨ ਦੇ ਬਹੁਤ ਨਿਮਾਣੇ ਨਿਤਾਣੇ,
ਜਿਹੜੇ ਵਿਚਾਰੇ ਨਿਮਾਣੇ ਨਿਤਾਣੇ ਹਨ ਤੂੰ ਉਹਨਾਂ ਦਾ ਸਹਾਇਕ ਹੈ ਬੰਧੂ। ਹਿੰਦੀ ਵਾਲਾ ਦੀਨ ਬੰਧੂ, ਦੀਨਾਂ ਦਾ ਸਹਾਇਕ। ਸਭ ਪਰਮਾਤਮਾ ਜਿਹੜਾ ਹੈ ਦੀਨ ਬੰਧੂ ਹੈ। ਦੁਸ਼ਟਨ ਕੇ ਹੰਤਾ, ਇਹ ਪਰਮਾਤਮਾ ਤੂੰ ਦੀਨਾਂ ਦੀ ਸਹਾਇਤਾ ਕਰਨ ਵਾਲਾ ਹੈ। ਅਤੇ ਜਿਹੜੇ ਦੁਸ਼ਟ ਲੋਕ ਨੇ, ਦੁਸ਼ਟਨ, ਦੁਸ਼ਟ ਦਾ ਬਹੁਵਚਨ ਬਣਾਇਆ ਦੁਸ਼ਟਨ, ਅਤੇ ਜਿਹੜੇ ਦੁਸ਼ਟ ਲੋਕ ਨੇ, ਜਿਹੜੇ ਭੈੜੇ ਲੋਕ ਨੇ, ਜਿਹੜੇ ਉਹਨਾਂ ਨੂੰ ਹੰਤਾ, ਉਹਨਾਂ ਨੂੰ ਤੂੰ ਮਾਰਨ ਵਾਲਾ ਹੈ। ਦੁਸ਼ਟਾਂ ਨੂੰ ਮਾਰਨ ਵਾਲਾ ਹੈ। ਜੋ ਵਿਚਾਰੇ ਨਿਮਾਣੇ ਨਿਤਾਣੇ ਹਨ ਉਹਨਾਂ ਦੀ ਸਹਾਇਤਾ ਕਰਨ ਵਾਲਾ ਹੈ। ਤੁਮ ਹੋ ਪੁਰੀ ਚਤੁਰਦਸ ਕੰਤ, ਚਤੁਰ ਮੈਨੇ 4, 10 ਮੈਨੇ 10, 10 ਤੇ 4 ਕਿੰਨਾ ਕੁ? 14। ਜਿਵੇਂ 68 ਨਹੀਂ ਬਾਣੀ 'ਚ ਲਿਖਿਆ, 68 ਲਿਖਿਆ। 68 ਤੀਰਥਾਂ ਨੂੰ ਬਾਣੀ ਕੀ ਲਿਖਿਆ? 68, ਵੀ 8 ਅਤੇ 60, 68। ਜਿਵੇਂ 18 ਹੈ 10 20, 18 10 20, 18 ਅਤੇ 10 28 ਅਤੇ 20 48। 48 ਲਿਖਣ ਨਾਲੋਂ ਲਿਖਦਾ 18 10 20। ਇਸ ਤਰ੍ਹਾਂ ਚਤੁਰ 10 14। ਹਿੰਦੂ ਧਰਮ ਅਨੁਸਾਰ 14 ਪੁਰੀਆਂ ਨੇ, 7 ਆਕਾਸ਼ 7 ਪਤਾਲ। ਮੁਸਲਮਾਨ ਵੀ ਕਹਿੰਦੇ 14 ਤਬਕ ਨੇ, 14 ਤਬਕ ਨੇ, 7 ਪਤਾਲ ਨੇ, 7 ਆਕਾਸ਼ ਨੇ। ਸਿੱਖ ਕਹਿੰਦੇ ਨਹੀਂ, ਸਾਡੇ ਗੁਰੂ ਕਹਿੰਦੇ 7 ਨਹੀਂ ਹੈਗੇ, ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਹੁਣ ਸਾਇੰਸ ਇਸ ਗੱਲ ਨਾਲ ਸਹਿਮਤ ਹੈ ਕਿ ਕੋਈ ਗਿਣਤੀ ਮਿਣਤੀ ਨਹੀਂ, ਪਤਾ ਹੀ ਨਹੀਂ ਕਿੰਨੇ ਕਿੰਨੇ। ਪਰ ਕਿਉਂਕਿ ਉਦੋਂ ਪ੍ਰਚਲਿਤ ਸੀ, ਇਸ ਲਈ ਪ੍ਰਚਲਿਤ ਸ਼ਬਦਾਂ ਨੂੰ ਗੁਰੂ ਮਹਾਰਾਜ ਨੇ ਵਰਤਿਆ। ਤੁਮ ਹੋ ਪੁਰੀ ਚਤੁਰਦਸ ਕੰਤ, ਤੁਸੀਂ 14 ਪੁਰੀਆਂ ਦੇ ਮਾਲਕ ਹੋ। ਕੰਤ ਪਤੀ ਨੂੰ ਕਹਿੰਦੇ ਮਾਲਕ। 14 ਪੁਰੀਆਂ ਭਾਵ ਸਾਰਾ ਸੰਸਾਰ। ਹੇ ਪਰਮਾਤਮਾ ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ। ਫਿਰ ਕਹਿੰਦੇ ਰਾਖ ਲਿਓ ਮੋਹਿ ਰਾਖਣ ਹਾਰੇ। ਹੇ ਰੱਖਿਆ ਕਰਨ ਵਾਲੇ ਪਰਮਾਤਮਾ ਮੇਰੀ ਰੱਖਿਆ ਕਰੋ। ਸਾਹਿਬ ਸੰਤ ਸਹਾਏ ਪਿਆਰੇ। ਹੇ ਪਰਮਾਤਮਾ ਤੁਸੀਂ ਸੰਤਾਂ ਦੇ ਸਹਾਇਕ ਹੋ, ਪਿਆਰੇ ਅਤੇ ਸੰਤਾਂ ਦੇ ਪਿਆਰੇ ਹੋ। ਤੁਸੀਂ ਸੰਤਾਂ ਨੂੰ ਪਿਆਰ ਕਰਦੇ ਹੋ, ਤੁਸੀਂ ਸੰਤਾਂ ਦੀ ਰੱਖਿਆ ਕਰਦੇ ਹੋ। ਦੀਨ ਬੰਧੂ ਦੁਸ਼ਟਨ ਕੇ ਹੰਤਾ, ਤੁਸੀਂ ਦੀਨਾਂ ਦੇ ਬੰਧੂ ਹੋ। ਤੁਸੀਂ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨੂੰ ਮਾਰਨ ਵਾਲੇ ਹੋ, ਹੰਤਾ ਮਾਰਨ ਵਾਲੇ ਹੋ। ਤੁਮ ਹੋ ਪੁਰੀ ਚਤੁਰਦਸ ਕੰਤ, ਤੁਸੀਂ 14 ਪੁਰੀਆਂ ਦੇ ਮਾਲਕ ਹੋ, ਭਾਵ ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ। ਇਸ ਲਈ ਕਹਿੰਦੇ ਮੇਰੀ ਰੱਖਿਆ ਕਰੋ। ਅੱਗੇ ਕਹਿੰਦੇ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਪਰਮਾਤਮਾ ਨੂੰ ਕਹਿੰਦੇ, ਕਾਲ ਪਾਏ ਪਰਮਾਤਮਾ ਦਾ ਹੁਕਮ ਪਾ ਕੇ, ਪਰਮਾਤਮਾ ਦੇ ਹੁਕਮ ਨਾਲ। ਕਾਲ ਪਾਏ ਬ੍ਰਹਮਾ ਬਪਤਰਾ, ਬਪ ਹੁੰਦਾ ਸਰੀਰ। ਪਰਮਾਤਮਾ ਦੇ ਹੁਕਮ ਨਾਲ ਬ੍ਰਹਮਾ ਨੇ ਸਰੀਰ ਧਾਰਨ ਕੀਤਾ, ਬ੍ਰਹਮਾ ਪੈਦਾ ਹੋਏ। ਕਾਲ ਪਾਏ ਹੁੰਦਾ ਪ੍ਰਾਪਤ ਕਰਕੇ, ਕਾਲ ਪਰਮਾਤਮਾ ਦਾ ਹੁਕਮ। ਪਰਮਾਤਮਾ ਦਾ ਹੁਕਮ ਪ੍ਰਾਪਤ ਕਰਕੇ ਪਰਮਾਤਮਾ ਦੇ ਹੁਕਮ ਨਾਲ ਬ੍ਰਹਮਾ ਬਪਤਰਾ, ਬ੍ਰਹਮਾ ਨੇ ਸਰੀਰ ਧਾਰਨ ਕੀਤਾ। ਬਪ ਸਰੀਰ, ਧਰਾ ਮੈਨੇ ਧਾਰਨ ਕੀਤਾ। ਕਾਲ ਪਾਏ ਸ਼ਿਵਜੂ ਅਵਤਾਰਾ, ਅਵਤਾਰਾ ਹੁੰਦਾ ਜਨਮ ਲੈਣਾ। ਸ਼ਿਵ ਜੂ, ਜੂ ਮੈਨੇ ਜੀ। ਪਰਮਾਤਮਾ ਦੇ ਹੁਕਮ ਨਾਲ ਸ਼ਿਵ ਜੀ ਨੇ ਜਨਮ ਲਿਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼, ਪਰਮਾਤਮਾ ਦੇ ਹੁਕਮ ਨਾਲ ਵਿਸ਼ਨੂੰ ਮਹਾਰਾਜ ਦਾ ਜਨਮ ਹੋਇਆ। ਸਕਲ ਕਾਲ ਕਾ ਕੀਆ ਤਮਾਸ਼ਾ, ਸਕਲ ਮੈਨੇ ਸਾਰਾ, ਕਾਲ ਕਾ
ਪਰਮਾਤਮਾ ਦਾ ਕੀਆ ਤਮਾਸ਼ਾ। ਇਹ ਤਮਾਸ਼ਾ ਕੀ ਬਣਾਇਆ ਹੋਇਆ ਹੈ? ਇਹ ਸਾਰਾ ਪਰਮਾਤਮਾ ਦਾ ਤਮਾਸ਼ਾ ਬਣਾਇਆ ਹੋਇਆ ਹੈ। ਸਕਲ ਸਾਰਾ ਕਾਲ ਕਾ ਪਰਮਾਤਮਾ ਦਾ ਕੀਆ ਮੈਨੇ ਬਣਾਇਆ ਤਮਾਸ਼ਾ। ਇਹ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ ਤਮਾਸ਼ਾ ਹੈ। ਤਾਂ ਹੀ ਦਸਮ ਪਾਤਸ਼ਾਹ ਕਹਿੰਦੇ ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਰੂਪੀ ਤਮਾਸ਼ਾ ਦੇਖਣ ਆਇਆ। ਉਹ ਦੇਖਣ ਆਏ ਨੇ, ਅਸੀਂ ਤਮਾਸ਼ੇ ਦਾ ਹਿੱਸਾ ਬਣ ਜਾਂਦੇ ਹਾਂ। ਮੰਨ ਲਓ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਹੋ ਰਿਹਾ, ਅਸੀਂ ਉਹਦਾ ਆਨੰਦ ਨਹੀਂ ਮਾਣਦੇ। ਜੇ ਪਾਕਿਸਤਾਨ ਨੇ ਗੋਲ ਕਰਤਾ ਅਸੀਂ ਢਿੱਲੇ ਜਿਹੇ ਮੂੰਹ ਨਾਲ ਬਹਿ ਜਾਂਦੇ। ਜੇ ਹਿੰਦੁਸਤਾਨ ਨੇ ਕਹਤਾ ਬੱਲੇ ਬੱਲੇ ਤਾੜੀਆਂ ਮਾਰਦੇ ਹਾਂ। ਇੱਕ ਗਧੇ ਨੇ ਤਾਂ ਜਦੋਂ ਹਿੰਦੁਸਤਾਨ ਹਾਰ ਗਿਆ ਪਾਕਿਸਤਾਨ ਤੋਂ, ਗੁੱਸੇ 'ਚ ਆ ਕੇ ਆਪਣੇ ਟੀਵੀ ਨੂੰ ਵੱਟਾ ਮਾਰਿਆ, ਟੀਵੀ ਤੋੜਤਾ। ਦੱਸ ਲੈ, ਹੁਣ ਮੂਰਖ ਨੂੰ ਪੁੱਛੇ ਵੀ ਟੀਵੀ ਦਾ ਕੀ ਕਸੂਰ ਹੈ। ਇਹੋ ਜਿਹੇ ਵੀ ਲੋਕ ਨੇ, ਇੰਨੇ ਇਮੋਸ਼ਨਲ ਲੋਕ ਨੇ ਵੀ ਹਾਂ ਭਾਰਤ ਕਿਉਂ ਹਾਰ ਗਿਆ ਹੈ। ਇਹ ਤਾਂ ਖੇਡ ਹੈ, ਇਸ ਲਈ ਉਹਨਾਂ ਕੋਈ ਖੇਡ ਦਾ ਆਨੰਦ ਨਾ ਮਾਣਿਆ। ਕਿਉਂ? ਉਹ ਖੇਡ ਦਾ ਇੱਕ ਹਿੱਸਾ ਹੋ ਗਏ। ਦਸਮ ਪਾਤਸ਼ਾਹ ਨੇ ਖੇਡ ਖੇਡੀ, ਲੜਾਈਆਂ ਲੜੀਆਂ, ਆਪਣਾ ਪਰਿਵਾਰ ਪਾਲਿਆ, ਸਭ ਕੁਛ ਕੀਤਾ, ਪਰ ਉਹਦਾ ਇੱਕ ਹਿੱਸਾ ਨਹੀਂ ਬਣੇ। ਉਹਦਾ ਹਿੱਸਾ ਨਹੀਂ ਬਣੇ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਹਿੱਸਾ ਨਹੀਂ ਬਣੇ। ਜੇ ਹਿੱਸਾ ਬਣਦੇ ਫਿਰ ਉਹਨਾਂ ਨੂੰ ਅਫਸੋਸ ਹੋਣਾ ਸੀ ਵੀ ਮੇਰੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਹਿੱਸਾ ਨਹੀਂ ਬਣੇ ਸੰਸਾਰ। ਉਹਨੇ ਕਿਹਾ ਦੇਖਣ ਆਇਓ ਜਗਤ ਤਮਾਸ਼ਾ। ਬਸ ਉਹ ਤਾਂ ਵੇਖਦੇ ਰਹੇ ਕੀ ਹੋ ਰਿਹਾ ਹੈ। ਉਹ ਪਹਿਲਾਂ ਲੜਿਆ ਨਹੀਂ ਸਨ ਕਰਦੇ, ਵੇਖਦੇ ਰਹਿੰਦੇ ਸਨ ਯੁੱਧ ਨੂੰ। ਜਦੋਂ ਫਿਰ ਦੁਸ਼ਮਣ ਉਹਨਾਂ 'ਤੇ ਸਿੱਧਾ ਵਾਰ ਕਰਦਾ ਸੀ, ਫਿਰ ਉਹ ਹਥਿਆਰ ਚੱਕਦੇ ਸੀ। ਉਹ ਕਹਿੰਦੇ ਜਬ ਜਬ ਬਾਣ ਲੱਗ ਗਏ ਤਬ ਤਬ ਰੋਸ ਜਾਗੈ। ਭੰਗਾਣੀ ਦਾ ਯੁੱਧ ਸਭ ਤੋਂ ਪਹਿਲਾ ਯੁੱਧ ਹੋਇਆ। ਦਸਮ ਪਾਤਸ਼ਾਹ ਬੈਠੇ ਉੱਚੀ ਥਾਂ 'ਤੇ, ਦਰਿਆ ਦੇ ਕੰਢੇ 'ਤੇ, ਕਿਉਂਕਿ ਪੌਂਟਾ ਸਾਹਿਬ ਦਰਿਆ ਦੇ ਕੰਢੇ 'ਤੇ ਵਸਿਆ ਹੋਇਆ। ਕਹਿੰਦੇ ਬੈਠੇ ਨੇ, ਦੋਨੋਂ ਪਾਸੇ ਲੜ ਰਹੇ ਨੇ। ਦੁਸ਼ਮਣ ਦਾ ਤੀਰ ਆਇਆ, ਛਾਂ ਕਰਦਾ ਕੰਨ ਕੋਲੋਂ ਲੰਘ ਗਿਆ। ਦੂਜਾ ਤੀਰ ਆਇਆ, ਕਮਰ ਕੱਸੇ ਦੇ ਵਿੱਚ ਵੱਜਿਆ ਤੇ ਲੰਘ ਗਿਆ ਅੱਗੇ। ਗੁਰੂ ਮਹਾਰਾਜ ਕਹਿੰਦੇ ਦੇਖ ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿ ਰਹੇ, ਬੈਠੇ ਅਸੀਂ, ਇਹ ਹਟਦੇ ਨਹੀਂ। ਬਸ ਫਿਰ ਗੁਰੂ ਮਹਾਰਾਜ ਤੀਰ ਚਲਾਉਣੇ ਸ਼ੁਰੂ ਕਰਤੇ। ਉਹਦੀ ਪਤਾ ਜੇ ਮੋਰਚਾ ਫਤਿਹ ਹੋ ਗਿਆ। ਉਹ ਤਾਂ ਦੇਖਣ ਆਏ ਸਨ। ਸੋ हे परमात्मा सकल काल का किया तमाशा। सकल मैंने सारा, काल का परमात्मा दा किया मैंने कीता तमाशा। ये संसार रूपी तमाशा सारा परमात्मा दा बनाया होया है। फिर देख लो, कई कहते काल पाए मौत लिखा के आया, कई ये अर्थ करते हैं काल पाए ब्रह्मा बवतरा, भी ब्रह्मा मौत लिखा के इस संसार च आया। ये काल पाए परमात्मा का हुक्म पा के ब्रह्मा बपतरा, बप का शरीर, ब्रह्मा ने शरीर धारण किया, पर ब्रह्मा इस संसार च आए। काल पाए शिवजू अवतर, परमात्मा का हुक्म पा के शिवजी महाराज ने जन्म लिया। काल पाए कर विष्णु प्रकाश, परमात्मा के हुक्म अनुसार ही विष्णु महाराज ने जन्म लिया। सकल काल का किया तमाशा, इसलिए सारा तमाशा परमात्मा दा ही बनाया होया है। सकल मैंने सारा, काल का परमात्मा दा। अगे कहते जवन काल जोगी शिव कियो, वेद राज ब्रह्मा जू थियो। जवन काल सब लोक सवारा, नमस्कार है ताहे हमारा। जवन जिस काल परमात्मा
जवन काल जोगी शिव किया, जिस परमात्मा ने शिव जी वर्गे जोगी पैदा किए, क्योंकि भभूत मली रखते शरीर से, जोगी भी अपने शरीर ते सुहा मली रखते हैं, तो शिव जी महाराज अपने शरीर ते सुहा मली रखते सन। गल 'च सप पाया हुंदा सी तां जो मौत याद रहे भी मौत कदे भी आ सकती है। सप काहदा चिन्ह सी? मौत का, कि मौत कदे भी आ सकती है। तो सुहा क्यों मली सी कि एक दिन शरीर ने सुहा ही हो जाना सड़ के, एक दिन शरीर ने सुहा ही हो जाना है, इसलिए सुहा मिली सी। गल 'च सप सी भी मौत कदे भी आ सकती है, ये चिन्ह सन। सो इसलिए गुरु महाराज कहते जवन काल जिस परमात्मा ने जोगी शिव कियो, शिव जी वर्गा जोगी पैदा किया, वेद राज ब्रह्मा जू थियो ਅਤੇ ब्रह्मा ਨੂੰ वेदां ਦਾ ਗਿਆਨ ਦਿੱਤਾ। वेद राज वेदां ਦਾ ਗਿਆਤਾ ब्रह्मा जी। जू मैंने नू, इत्थे जू ਦਾ मतलब नू, थियो मैंने कीता। ब्रह्मा ਨੂੰ वेदां ਦਾ ਗਿਆਤਾ ਬਣਾਇਆ, वेदां ਦਾ ਗਿਆਨ ਦਿੱਤਾ। ਤਾਂ ਆਮ ਤੌਰ 'ਤੇ ਕਹਿੰਦੇ ਨੇ ਵੀ ਵੇਦ ਜੀ ਬ੍ਰਹਮਾ ਦੇ ਮੁਖ ਤੋਂ ਨਿਕਲੇ ਨੇ। ਜਿਵੇਂ ਗੁਰਬਾਣੀ ਹੈ ਗੁਰੂ ਮਹਾਰਾਜ ਦੇ ਮੁਖ ਤੋਂ ਨਿਕਲੀ ਹੋਈ ਹੈ, ਭਾਵ ਗੁਰੂ ਮਹਾਰਾਜ ਨੇ ਬਾਣੀ ਵਿਚਾਰੀ ਹੈ। ਇਸ ਤਰ੍ਹਾਂ ਹਿੰਦੂ ਧਰਮ ਅਨੁਸਾਰ ਇਹ ਜਿਹੜੇ ਵੇਦ ਨੇ ਇਹ ਬ੍ਰਹਮਾ ਜੀ ਨੇ ਉਚਾਰਨ ਕੀਤੇ ਹਨ, ਇਸ ਨੂੰ ਉਹਨਾਂ ਵੇਦ ਰਾਜ ਕਹਿੰਦੇ। ਬ੍ਰਹਮਾ ਜੀ ਨੂੰ ਪਰਮਾਤਮਾ ਨੇ ਵੇਦਾਂ ਦਾ ਗਿਆਤਾ ਬਣਾਇਆ। ਜਵਨ ਕਾਲ ਸਭ ਲੋਕ ਸਵਾਰਾ, ਜਵਨ ਕਾਲ ਜਿਸ ਪਰਮਾਤਮਾ ਨੇ ਸਭ ਲੋਕ ਸਵਾਰਾ, ਸਾਰੇ ਲੋਕਾਂ ਨੂੰ ਬਣਾਇਆ। ਜਿਸ ਪਰਮਾਤਮਾ ਨੇ ਸਾਰੇ ਲੋਕਾਂ ਨੂੰ ਬਣਾਇਆ ਹੈ, ਜਿਸ ਪਰਮਾਤਮਾ ਨੇ ਬ੍ਰਹਮਾ ਨੂੰ ਵੇਦਾਂ ਦਾ ਗਿਆਨ ਦਿੱਤਾ ਹੈ, ਜਿਸ ਪਰਮਾਤਮਾ ਨੇ शिव जी ਵਰਗੇ ਜੋਗੀ ਪੈਦਾ ਕੀਤੇ, ਨਮਸਕਾਰ ਹੈ ਤਾਹੇ ਹਮਾਰਾ। ਤਾਹੇ ਮੈਨੇ ਉਸ ਨੂੰ, ਇਹੋ ਜਿਹੇ ਪਰਮਾਤਮਾ ਨੂੰ ਸਾਡਾ ਨਮਸਕਾਰ ਹੈ। ਜਵਨ ਕਾਲ ਜਿਸ ਪਰਮਾਤਮਾ ਨੇ ਜੋਗੀ शिव ਕੀਓ, ਜਿਸ ਪਰਮਾਤਮਾ ਨੇ शिव जी ਵਰਗੇ ਜੋਗੀ ਪੈਦਾ ਕੀਤੇ, ਵੇਦ ਰਾਜ ਬ੍ਰਹਮਾ ਜੂ ਥੀਓ ਅਤੇ ਵੇਦਾਂ ਦਾ ਗਿਆਨ ਬ੍ਰਹਮਾ ਜੀ ਨੂੰ ਦਿੱਤਾ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਪਰਮਾਤਮਾ ਨੇ ਸਾਰੇ ਲੋਕਾਂ ਨੂੰ ਸਵਾਰਿਆ, ਭਾਵ ਬਣਾਇਆ ਹੈ, ਸਾਜਿਆ ਹੈ, ਸਾਜਿਆ ਸਭ ਨੂੰ। ਨਮਸਕਾਰ ਹੈ ਤਾਹੇ ਹਮਾਰਾ, ਉਸ ਨੂੰ ਸਾਡਾ ਨਮਸਕਾਰ ਹੈ। ਤਾਹੇ ਮੈਨੇ ਉਸ ਨੂੰ, ਹਮਾਰਾ ਮੈਨੇ ਸਾਡਾ। ਅੱਗੇ ਕਹਿੰਦੇ ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਛਨ ਉਪਜਾਇਓ। ਉਪਜਾਇਓ ਇਹਨੂੰ ਇਸ ਤਰ੍ਹਾਂ ਪੜ੍ਹਨਾ, ਬਣਾਇਓ ਇਹਨੂੰ ਬਣਾਇਓ ਨਹੀਂ ਪੜ੍ਹਨਾ, ਇਹਨੂੰ ਬਣਾਇਓ ਨਹੀਂ ਪੜ੍ਹਨਾ। ਜਿਹੜੇ ਹਿੰਦੀ ਜਾਣਦੇ ਨੇ ਕੱਲ ਲਿਖੋ ਅਧਿਆਪਕ। ਵੀ ਪੰਜਾਬੀ ਦਾ ਲਿਖਣਾ ਆੜਾ ਧੱਦੇ ਨੂੰ ਸਿਆਰੀ, ਆੜੇ ਨੂੰ ਕਰਨਾ ਪੱਪਾ ਕੱਕਾ, ਅਧਿਆਪਕ। ਹੁਣ ਕੋ ਹਿੰਦੀ 'ਚ ਲਿਖੋ, ਫਿਰ ਉਹ ਯਈਆ ਪਾਉਣਗੇ। ਆੜੇ ਥਾਂ ਦੇ ਕੀ ਪਾਉਣਗੇ? ਯਈਆ। ਦੇਖਣ ਨੂੰ ਜਿਹਨੂੰ ਨਹੀਂ ਪਤਾ ਕਹੂਗਾ ਅਧਿਆਪਕ, ਹੁਣ ਕੀ ਪੜ੍ਹੇਗਾ? ਅਧਿਆਪਕ। ਪਰ ਜਿਹਨੂੰ ਗਿਆਨ ਹੈ ਕਿ ਇਹ ਅਧਿਆਪਕ ਨਹੀਂ, ਇਹਦਾ ਉਚਾਰਨ ਅਧਿਆਪਕ, ਟੀਚਰ ਜਿਹਨੂੰ ਕਹਿੰਦੇ। ਇਸ ਤਰ੍ਹਾਂ ਜਵਨ ਕਾਲ ਸਭ ਜਗਤ ਬਣਾਇਓ, ਜੇ ਉਂਝ ਦੇਖੀਏ ਤਾਂ ਯਈਏ ਤੇ ਥੋੜ੍ਹਾ ਯੋ ਹੁੰਦਾ ਕਿ ਨਹੀਂ, ਬਣਾਇਓ। ਉਂਝ ਤਾਂ ਪੜ੍ਹੇਗਾ ਗੱਲ ਜੀ ਬਣਾਇਓ, ਪਰ ਜਿਹਨੂੰ ਗਿਆਨ ਹੈ ਉਹ ਪੜ੍ਹੇਗਾ ਬਣਾਇਓ। ਈੜੀ ਨੂੰ ਸਿਹਾਰੀ, ਊੜੇ ਦਾ ਮੂੰਹ ਖੁੱਲ੍ਹਾ, ਇਸ ਤਰ੍ਹਾਂ ਲਿਖੇ ਬਣਾਇਓ। ਅੱਜ ਦੇ ਬੱਚੇ ਨੂੰ ਕਹੋ ਲਿਖੋ ਬਣਾਇਓ, ਤਾਂ ਇਸ ਤਰ੍ਹਾਂ ਲਿਖਿਆ ਬੱਬਾ ਨੰਨੇ ਨੇ ਕਰਨਾ, ਈੜੀ ਨੂੰ ਸਿਹਾਰੀ, ਊੜੇ ਦਾ ਮੂੰਹ ਖੁੱਲ੍ਹਾ, ਬਣਾਇਓ। ਇਸ ਤਰ੍ਹਾਂ ਪੜ੍ਹਨਾ ਬਣਾਇਓ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ
ਧਿਆਨ ਦੇਣਾ। ਹਿੰਦੀ ਦਾ ਸ਼ਬਦ ਹੈ ਦੈਤਯ। ਦੈਤਯ ਦਦਿਨ ਦਲਾਵਾਂ ਅੱਧਾ ਤੱਤਾ ਇਹੀ ਹੈ ਦੈਤਯ। ਉਸ ਤੋਂ ਹਿੰਦੀ ਬਣੇ ਦੈਤ। ਦੈਤਯ ਤੋਂ ਛੋਟਾ ਕੀ ਬਣੇ ਦੈਤ। ਪੰਜਾਬੀ ਕਹਿੰਦੇ ਨੇ ਦੈਂਤ, ਰਾਖਸ਼ ਜਿਹਨੂੰ ਕਹਿੰਦੇ ਨੇ। ਪੰਜਾਬੀ ਦਿਲਾਵੇ ਨਾਲ ਬਿੰਦੀ ਲਾ ਕੇ ਬੋਲ ਦੈਂਤ। ਇਹ ਹੁਣ ਕਿਉਂਕਿ ਹਿੰਦੀ ਹੈ, ਇਹਨੂੰ ਹਿੰਦੀ ਤਰ੍ਹਾਂ ਹੀ ਪੜ੍ਹਨਾ। ਦੇਵ ਦੈਤ ਜਛਨ ਉਪਜਾਇਓ। ਦੇਵ ਦੇਵਤੇ, ਦੈਤ ਦੈਂਤ, ਜਛਨ ਵੀ ਦੇਵਤੇ ਹੁੰਦੇ। ਦੇਵਤਿਆਂ ਦੀ ਅੱਡ ਅੱਡ ਕਿਸਮਾਂ ਹੁੰਦੀਆਂ ਨੇ। ਵੀ ਜਿਸ ਪਰਮਾਤਮਾ ਨੇ ਦੇਵਤੇ ਬਣਾਏ, ਦੈਂਤ ਬਣਾਏ, ਉਪਜਾਇਆ ਮੈਨੇ ਪੈਦਾ ਕੀਤੇ। ਜਿਸ ਪਰਮਾਤਮਾ ਨੇ ਦੇਵਤੇ ਦੈਂਤ ਜਛਨ ਪੈਦਾ ਕੀਤੇ, ਆਦ ਅੰਤ ਏਕ ਅਵਤਾਰ। ਜੋ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਇੱਕ ਅਵਤਾਰ ਹੈ। ਬਾਕੀ ਤਾਂ ਆਏ ਤੇ ਗਏ। ਬ੍ਰਹਮਾ ਜੀ ਪੈਦਾ ਹੋਏ, ਕੋਈ ਸਮਾਂ ਰਹੇ, ਡੈਥ ਹੋ ਗਈ। ਸ਼ਿਵ ਜੀ ਆਏ, ਕੋਈ ਸਮਾਂ ਰਹੇ, ਉਹ ਵੀ ਚਲੇ ਗਏ। ਵਿਸ਼ਨੂੰ ਮਹਾਰਾਜ ਆਏ, ਕੋਈ ਸਮਾਂ ਰਹੇ, ਉਹ ਵੀ ਖਤਮ ਹੋ ਗਏ। ਖਤਮ। ਸਦਾ ਰਹਿਣ ਵਾਲਾ ਸਿਰਫ ਤੇ ਸਿਰਫ ਪਰਮਾਤਮਾ ਹੈ। ਉਹ ਇੱਕ ਹੈ ਅਵਤਾਰਾਂ ਦਾ ਮਤਲਬ ਇੱਕੋ ਇੱਕ ਅਵਤਾਰ ਹੈ ਜੋ ਸਦਾ ਰਹਿਣ ਵਾਲਾ ਹੈ। ਆਦ ਅੰਤ ਏਕ ਹੈ ਅਵਤਾਰ। ਆਦ ਤੋਂ ਲੈ ਕੇ ਅੰਤ ਤੱਕ ਜਿਹੜਾ ਇੱਕੋ ਇੱਕ ਅਵਤਾਰ ਹੈ, ਸੋਈ ਗੁਰੂ ਸਮਝਿਓ ਹਮਾਰਾ। ਇਹਨੂੰ ਸਮਝਿਓ ਨਹੀਂ ਪੜ੍ਹਨਾ, ਕਿਉਂਕਿ ਯਈਏ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੀ ਹੈ, ਇਹਦੀ ਆਵਾਜ਼ ਬਿਹਾਰੀ ਹੋ ਜਾਏਗੀ। ਸਮਝਿਓ, ਸੋਈ ਗੁਰੂ ਸਮਝਿਓ ਹਮਾਰਾ। ਜਵਨ ਕਾਲ, ਜਿਸ ਪਰਮਾਤਮਾ ਨੇ ਸਭ ਜਗਤ ਬਣਾਇਓ, ਸਾਰਾ ਸੰਸਾਰ ਬਣਾਇਆ। ਜਵਨ ਮੈਨੇ ਜਿਸ, ਕਾਲ ਮੈਨੇ ਪਰਮਾਤਮਾ। ਜਿਸ ਪਰਮਾਤਮਾ ਨੇ ਸਾਰਾ ਸੰਸਾਰ ਬਣਾਇਆ, ਦੇਵ ਦੈਂਤ ਜਛਨ ਉਪਜਾਇਓ। ਦੇਵਤੇ ਰਾਖਸ਼ ਜਛਨ ਪੈਦਾ ਕੀਤੇ ਨੇ। ਆਦ ਅੰਤ ਏਕ ਅਵਤਾਰ, ਜੋ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਇੱਕ ਹੈ। ਉਹ ਇੱਕੋ ਜਿਹਾ, ਉਸ 'ਚ ਕੋਈ ਪਰਿਵਰਤਨ ਨਹੀਂ ਹੈ। ਬਾਕੀ ਦੇ ਜੰਮੇ ਜਵਾਨ ਹੋਏ ਮਰ ਗਏ, ਪਰਮਾਤਮਾ ਇੱਕੋ ਇੱਕ ਹੈ। ਉਹ ਸਦਾ ਰਹਿਣ ਵਾਲਾ ਹੈ। ਉਹ ਪਰਮਾਤਮਾ ਜੋ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਇੱਕ ਅਵਤਾਰ ਹੈ। ਸੋਈ ਗੁਰੂ ਸਮਝਿਓ ਹਮਾਰਾ। ਉਸ ਪਰਮਾਤਮਾ ਨੂੰ ਸਾਡਾ ਗੁਰੂ ਸਮਝੋ। ਕਿਸੇ ਪੁੱਛਿਆ ਉਹਨਾਂ ਸੱਚੇ ਪਾਤਸ਼ਾਹ ਤੁਹਾਡਾ ਗੁਰੂ ਕੌਣ ਹੈ? ਉਹ ਕਿ ਸਾਡਾ ਗੁਰੂ ਪਰਮਾਤਮਾ ਹੈ। ਭਾਵੇਂ ਗੁਰਮੰਤਰ 9ਵੇਂ ਪਾਤਸ਼ਾਹ ਨੇ ਦਿੱਤਾ। ਦੇਖੋ ਹੁਣ 5 ਪਿਆਰੇ ਸਾਨੂੰ ਗੁਰਮੰਤਰ ਦਿੰਦੇ ਨੇ, ਪਰ ਸਾਡੇ ਗੁਰੂ ਨਹੀਂ ਹੁੰਦੇ। 5 ਪਿਆਰੇ ਗੁਰਮੰਤਰ ਸਾਨੂੰ ਦਿੰਦੇ ਨੇ, ਪਰ ਸਾਡੇ ਗੁਰੂ ਨਹੀਂ। ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ। 10ਵੇਂ ਪਾਤਸ਼ਾਹ ਨੂੰ ਗੁਰਮੰਤਰ ਦੇ 9ਵੇਂ ਪਾਤਸ਼ਾਹ ਦਿੱਤਾ ਹੋਣਾ ਨਾ। ਗੁਰਮੰਤਰ ਦੇ ਲਿਆ ਹੀ ਸਾਰਿਆਂ ਨੇ। ਗੁਰੂ ਨਾਨਕ ਦੇ ਗੁਰਮੰਤਰ ਪਰਮਾਤਮਾ ਤੋਂ ਲਿਆ, ਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਤੋਂ, ਤੀਸਰੇ ਪਾਤਸ਼ਾਹ ਨੇ ਦੂਸਰੇ ਤੋਂ, ਚੌਥੇ ਨੇ ਤੀਸਰੇ ਤੋਂ, 5ਵੇਂ ਨੇ ਚੌਥੇ ਤੋਂ। ਇਸ ਤਰ੍ਹਾਂ ਚੱਲਦਾ ਚੱਲਦਾ 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਤੋਂ ਗੁਰਮੰਤਰ ਲਿਆ। ਪਰ ਉਹ ਕਹਿੰਦੇ ਸਾਡਾ ਜਿਹੜਾ ਗੁਰੂ ਹੈ, ਸਾਡਾ ਉਹ ਹੈ ਪਰਮਾਤਮਾ। ਸਾਡਾ ਗੁਰੂ ਪਰਮਾਤਮਾ ਹੈ, ਕਿਉਂਕਿ ਉਹੀ ਸਦਾ ਰਹਿਣ ਵਾਲਾ ਹੈ। ਉਹਨੂੰ ਸਾਡਾ ਕਹਿੰਦੇ ਗੁਰੂ ਸਮਝੋ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਨਾਬ ਸਵਾਰੀ। ਸਕਲ ਮੈਨੇ ਸਾਰੀ, ਪ੍ਰਜਾ ਮੈਨੇ ਪਬਲਿਕ, ਸਵਾਰੀ ਮੈਨੇ ਬਣਾਈ। ਜਿਸ ਨੇ ਸਾਰੀ ਪ੍ਰਜਾ ਬਣਾਈ, ਸਾਰੇ ਲੋਕ ਬਣਾਏ ਹਨ। ਨਮਸਕਾਰ ਤਿਸੀ ਕੋ ਹਮਾਰੀ, ਉਹਨੂੰ ਸਾਡੀ ਨਮਸਕਾਰ ਹੈ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। शिव कन को शिव गुण सुख दियो, सतरन को पल मोह बद कियो। नमस्कार तिसी को हमारे, साड़ी उस नू नमस्कार है
ਕਿਸ ਨੂੰ? ਸਕਲ ਪਰਜਾ ਜਨਾਬ ਸਵਾਰੀ, ਜਿਹਨੇ ਸਾਰੇ ਲੋਕ ਬਣਾਏ, ਜਿਹਨੇ ਸਾਰੀ ਪਰਜਾ ਬਣਾਈ। ਇੱਕ ਰਾਜਾ ਹੁੰਦਾ, ਬਾਕੀ ਸਾਰੀ ਪਰਜਾ ਹੁੰਦੀ ਹੈ। ਇੱਕ ਪਰਮਾਤਮਾ ਹੈ, ਬਾਕੀ ਆਪਾਂ ਸਾਰੀ ਉਹਦੀ ਪਰਜਾ ਹਾਂ। ਕਹਿੰਦੇ ਉਸ ਨੂੰ ਸਾਡੀ ਨਮਸਕਾਰ ਹੈ, ਜਿਸ ਨੇ ਸਾਰੀ ਪਰਜਾ ਬਣਾਈ, ਜਿਸ ਨੇ ਸਾਰੇ ਲੋਕ ਬਣਾਏ ਹਨ। ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ। ਸ਼ਿਵ ਕਨ ਹੁੰਦਾ ਪਰਮਾਤਮਾ ਦੇ ਸੇਵਕ। ਜਿਹੜੇ ਪਰਮਾਤਮਾ ਦੇ ਸੇਵਕ ਹਨ, ਸ਼ਿਵ ਗੁਣ ਸੁਖ ਦਿਓ, ਉਹਨਾਂ ਪਰਮਾਤਮਾ ਨੇ ਆਪਣੇ ਗੁਣ ਉਹਨਾਂ ਨੂੰ ਦਿੱਤੇ। ਸ਼ਿਵ ਪਰਮਾਤਮਾ ਨੂੰ ਵੀ ਕਹਿੰਦੇ ਨੇ, ਸ਼ਿਵ ਸ਼ਿਵਜੀ ਮਹਾਰਾਜ ਨੂੰ ਵੀ ਕਹਿੰਦੇ ਨੇ। ਸਿੱਖ ਧਰਮ 'ਚ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਿਆ ਜਾਂਦਾ। ਸੋ ਇੱਥੇ ਸ਼ਿਵ ਜੇ ਦਸਮ ਪਾਤਸ਼ਾਹ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬੂ ਨ ਟਰੋ ਹੁੰਦਾ ਨਾ, ਉੱਥੇ ਦੇਹ ਸ਼ਿਵਾ, ਉੱਥੇ ਪਰਮਾਤਮਾ ਨੂੰ ਕਿਹਾ, ਕਿਸੇ ਸ਼ਿਵ ਜੀ ਨੂੰ ਨਹੀਂ ਕਿਹਾ। ਕਿਉਂਕਿ ਸਿੱਖ ਧਰਮ ਪਰਮਾਤਮਾ ਅਤੇ ਗੁਰੂ ਦੋ ਨੂੰ ਹੀ ਮੰਨਦਾ ਹੈ, ਬਾਕੀ ਕਿਸੇ ਨੂੰ ਨਹੀਂ ਮੰਨਦਾ। ਗੁਰੂ ਨੂੰ ਇਸ ਲਈ ਮੰਨਦਾ ਕਿ ਗੁਰੂ ਸਾਨੂੰ ਸਿੱਖਿਆ ਦਿੰਦਾ ਅਤੇ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਗੁਰੂ ਵਿਚੋਲਾ ਹੁੰਦਾ, ਗੁਰੂ ਵਿਚੋਲਾ ਹੈ। ਤੁਸੀਂ ਆਪਣੀ ਲੜਕੀ ਦੀ ਸ਼ਾਦੀ ਕਰਨੀ, ਕੋਈ ਨਾ ਕੋਈ ਵਿਚੋਲਾ ਹੋਏਗਾ ਵਿੱਚ ਜ਼ਰੂਰ, ਜਿਹੜਾ ਆ ਕੇ ਤੁਹਾਨੂੰ ਕਿਸੇ ਲੜਕੇ ਦੀ ਦੱਸ ਪਾਵੇਗਾ ਵੀ ਉਹ ਠੀਕ ਹੈ, ਫਲਾਣੇ ਦਾ ਮੁੰਡਾ, ਦੇਖ ਕੇ ਕਰਕੇ ਦੇਖ ਲਓ ਉਹਦੇ ਨਾਲ। ਇਸ ਲਈ ਪਰਮਾਤਮਾ ਨੂੰ ਮਿਲਾਉਣ ਦਾ ਜਿਹੜਾ ਸਾਧਨ ਹੈ ਉਹ ਹੈ ਗੁਰੂ ਮਹਾਰਾਜ। ਅਸੀਂ ਸਿੱਧਾ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਸਿਰਫ ਸੰਸਾਰ 'ਚ ਇੱਕ ਪਹਿਲਾ ਬੰਦਾ ਸੀ ਜਿਹਨੂੰ ਪਰਮਾਤਮਾ ਮਿਲਿਆ ਹੋਣਾ, ਬਸ ਹੈ ਨਾ। ਆਖਰ ਪਹਿਲੀ ਵਾਰ ਤਾਂ ਪਰਮਾਤਮਾ ਕਿਸੇ ਨੂੰ ਮਿਲਿਆ ਹੀ ਹੋਏਗਾ ਨਾ। ਹੁਣ ਤਾਂ ਕੋਈ ਗੁਰੂ ਨੇ ਸੀ ਧਾਰਨ ਕੀਤਾ ਜਿਹਨੂੰ ਪਹਿਲੀ ਵਾਰੀ ਪਰਮਾਤਮਾ ਮਿਲਿਆ। ਆਖਰ ਪਹਿਲੀ ਵਾਰ ਕਿਸੇ ਨੂੰ ਮਿਲਿਆ ਹੀ ਹੋਵੇਗਾ ਨਾ। ਜਿਵੇਂ ਗੁਰੂ ਨਾਨਕ ਨੂੰ ਪਹਿਲੀ ਵਾਰ ਪਰਮਾਤਮਾ ਮਿਲਿਆ ਨਾ, ਪਰਮਾਤਮਾ ਨੇ ਹੀ ਗੁਰੂ ਨਾਨਕ ਨੂੰ ਗੁਰਮੰਤਰ ਦਿੱਤਾ। ਇਸ ਲਈ ਇਸ ਤਰ੍ਹਾਂ ਪਰਮਾਤਮਾ ਹੀ ਕਿਸੇ ਨੂੰ ਸਭ ਤੋਂ ਪਹਿਲੀ ਵਾਰੀ ਦਰਸ਼ਨ ਦਿੰਦਾ, ਆਪਣਾ ਗਿਆਨ ਦਿੰਦਾ ਹੈ, ਉਹ ਫਿਰ ਗੁਰੂ ਬਣ ਜਾਂਦਾ। ਅੱਗੇ ਅੱਗੇ ਫਿਰ ਗਿਆਨ ਦਿੰਦਾ ਰਹਿੰਦਾ। ਇਸ ਤਰ੍ਹਾਂ ਗੁਰੂ ਫਿਰ ਅੱਗੇ ਚੱਲਦੇ ਰਹਿੰਦੇ। ਗੁਰੂ ਕੌਣ ਹੁੰਦਾ? ਐਕਚੁਅਲੀ ਜਿਹਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੋਵੇ ਉਹਨੂੰ ਗੁਰੂ ਕਹਿ ਲਓ, ਉਹਨੂੰ ਸੰਤ ਕਹਿ ਲਓ, ਉਹਨੂੰ ਬ੍ਰਹਮ ਗਿਆਨੀ ਕਹਿ ਲਓ। ਬ੍ਰਹਮ ਗਿਆਨੀ ਦਾ ਜਿਹਨੂੰ ਬ੍ਰਹਮ ਦਾ ਗਿਆਨ ਹੈ, ਰੱਬ ਦਾ ਗਿਆਨ ਹੈ, ਉਹਨੂੰ ਕਹਿੰਦੇ ਬ੍ਰਹਮ ਗਿਆਨੀ। ਅਤੇ ਸੰਤ ਕਿਹਨੂੰ ਕਹਿੰਦੇ? ਸੰਤ ਅਨੰਤ ਹੈ, ਅੰਤਰ ਨਾਹੀਂ। ਸੰਤ ਅਤੇ ਉਸ ਅਨੰਤ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ, ਦੋਨੋਂ ਇੱਕ ਮਿਕ ਹੁੰਦੇ ਨੇ। ਕਿਉਂ? ਸੰਤ ਨੇ ਵੀ ਪਰਮਾਤਮਾ ਨੂੰ ਵੇਖ ਲਿਆ ਹੁੰਦਾ ਹੈ, ਇਸ ਕਰਕੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸ਼ਿਵਕਨ ਕੋ, ਆਪਣੇ ਸੇਵਕਾਂ ਨੂੰ। ਸ਼ਿਵ ਗੁਣ, ਰੱਬ ਵਾਲੇ ਗੁਣ, ਰੱਬੀ ਗੁਣ। ਇੱਕ ਤਾਂ ਪਰਮਾਤਮਾ ਆਪਣੇ ਸੇਵਕਾਂ ਨੂੰ ਰੱਬੀ ਗੁਣ ਦਿੰਦਾ ਹੈ, ਸੁੱਖ ਦਿਓ, ਅਤੇ ਨਾਲ ਸੁੱਖ ਦਿੰਦਾ। ਕਿਉਂਕਿ ਜਿਹੜੇ ਉਹਦੇ ਸੇਵਕ ਨੇ, ਜਿਹੜੇ ਉਹਦਾ ਸਿਮਰਨ ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਪਰਮਾਤਮਾ ਉਹਨਾਂ ਨੂੰ ਆਪਣੇ ਵਾਲੇ ਗੁਣ ਦਿੰਦਾ ਹੈ। ਦੂਸਰਾ ਕੀ ਕਰਦਾ? ਉਹਨਾਂ ਨੂੰ ਸੁੱਖ ਦਿੰਦਾ ਹੈ। ਕਿਉਂਕਿ ਪਰਮਾਤਮਾ ਦੇ ਨਾਮ 'ਚ ਸੁੱਖ ਹੈ। ਸੁੱਖ ਨਾਹੀਂ ਰੇ ਹਰ ਭਗਤ ਬਿਨਾ। ਪਰਮਾਤਮਾ ਪੰਚਮ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ ਹੈ। ਜਿੱਥੇ ਮਰਜ਼ੀ ਭਜ ਨੱਠ ਕਰ ਲਓ। ਕੋਈ ਕਹਿੰਦਾ ਰਾਜ 'ਚ ਸੁੱਖ ਹੋਏਗਾ, ਕੋਈ ਕਹਿੰਦਾ ਧਨ 'ਚ ਸੁੱਖ ਹੋਏਗਾ, ਕੋਈ ਕਹਿੰਦਾ ਫਲਾਣੀ ਚੀਜ਼ ਸੁੱਖ ਹੋਏਗਾ। ਧਰਮ ਕਹਿੰਦਾ ਅਸਲੀ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ। ਨਾਮ ਜਪੋ, ਇਸ 'ਚ ਤੁਹਾਡਾ ਸੁੱਖ ਹੈ। ਪਰਮਾਤਮਾ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਉਹਨੂੰ ਧਨ ਆਪੇ ਪ੍ਰਾਪਤ ਹੋ ਜਾਂਦਾ, ਪਰ ਜਿਹਨੂੰ ਧਨ ਪ੍ਰਾਪਤ ਹੁੰਦਾ ਉਹਨੂੰ ਪਰਮਾਤਮਾ ਨਹੀਂ ਪ੍ਰਾਪਤ ਹੁੰਦਾ। ਕਿਆ ਰੱਖਣਾ? ਜਿਹਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਉਹਨੂੰ ਧਨ ਵੀ ਪ੍ਰਾਪਤ ਹੋ ਜਾਂਦਾ ਹੈ, ਪਰ ਜਿਹਨੂੰ ਧਨ ਪ੍ਰਾਪਤ ਹੋ ਗਿਆ ਉਹਨੂੰ ਰੱਬ ਨਹੀਂ ਪ੍ਰਾਪਤ ਹੁੰਦਾ। ਇਸ ਲਈ ਨਾਮ ਜਪਣ ਨਾਲ ਦੂਰਾ ਫਾਇਦਾ, ਨਾਲੇ ਉਹਨੂੰ ਰੱਬ ਮਿਲਦਾ, ਨਾਲੇ ਉਹ ਅਮੀਰ ਹੋ ਜਾਂਦਾ ਹੈ। ਨਾਮ ਜਪਣ ਵਾਲੇ ਦਿਨੋਂ ਦਿਨ ਅਮੀਰ ਹੋ ਹੀ ਜਾਣਾ ਹੈ, ਉਹਨੇ ਅਮੀਰ ਹੋ ਹੀ ਜਾਣਾ।
ਇੱਕ ਤਾਂ ਉਹਨੇ ਆ ਤਿੰਨੋਂ ਕੰਮ ਕਰਨੇ ਨੇ। ਦਸਾਂ ਨੌਂ ਦੀ ਕਿਰਤ ਕਰਨੀ ਹੈ, ਵੇਲੇ ਨਹੀਂ ਬਹਿਣਾ, ਉਹ ਵੇਲੜਨੀ ਹੈ, ਵੇਲੜਨੀ ਹੈ। ਸਿੱਖ ਨੂੰ ਗੁਰੂ ਨਾਨਕ ਨੇ ਵੇਲੜ ਨਹੀਂ ਬਣਾਇਆ, ਉਹਨੂੰ ਸੋ ਕਿਹਾ ਭਾਈ ਕਿਰਤ ਕਰੋ, ਕਿਰਤ ਕਰਨ ਕਿਹਾ ਸਿੱਖ ਵੀ ਤੂੰ ਕੰਮ ਕਰ ਤੇ ਕਮਾ ਕੇ ਖਾ। ਅੱਜ ਮਨੁੱਖ ਸੋਚਦਾ ਮੇਰੀ ਮਰਜ਼ੀ ਦਾ ਕੰਮ ਮਿਲ ਜੇ, ਇਸ ਤਰ੍ਹਾਂ ਕਈ ਵਾਰੀ ਨਹੀਂ ਹੋਇਆ ਕਰਦਾ। ਜੋ ਮਿਲਦਾ ਉਹੀ ਕਰ ਲਓ, ਪਹਿਲਾਂ ਜੋ ਮਿਲਦਾ ਉਹੀ ਕਰ ਲਓ। ਕਈਆਂ ਨੂੰ ਮੈਂ ਕਹਿੰਦਾ ਭਾਈ ਤੈਨੂੰ ਪਹਿਲਾਂ ਪ੍ਰਾਈਵੇਟ ਨੌਕਰੀ ਮਿਲੇਗੀ ਫਿਰ ਸਰਕਾਰੀ ਮਿਲੇਗੀ, ਇਹ ਪਹਿਲਾਂ ਪ੍ਰਾਈਵੇਟ ਕਰ ਲੈ, ਸਰਕਾਰੀ ਲਈ ਟੈਸਟ ਦੇਈ ਜਾ, ਜਦੋਂ ਫਿਰ ਵਾਰੀ ਆਏਗੀ ਉਹ ਤੈਨੂੰ ਸਰਕਾਰੀ ਨੌਕਰੀ ਮਿਲ ਜਾਏਗੀ। ਜੋ ਮਿਲਦਾ ਕਰ ਲਓ, ਫਿਰ ਹੌਲੀ ਤਰੱਕੀ ਕਰਦੇ ਰਹੋ, ਫਿਰ ਤਰੱਕੀ ਕਰਦੇ ਰਹੋ ਹੌਲੀ ਹੌਲੀ। ਸੋ ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ ਸਾਨੂੰ, ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ। ਸ਼ਿਵ ਕਨ ਹੁੰਦਾ ਜਿਹੜੇ ਪਰਮਾਤਮਾ ਦੇ ਸੇਵਕ ਨੇ, ਭਗਤ ਨੇ, ਸੰਤ ਨੇ, ਮਹਾਤਮਾ ਨੇ, ਭਜਨ ਬੰਦਗੀ ਕਰਨ ਵਾਲੇ ਨੇ, ਉਹ ਸੇਵਕ ਨੇ। ਸੇਵਕ ਕੌਣ ਹੈ? ਜੋ ਮਾਲਕ ਦਾ ਹੁਕਮ ਮੰਨੇ। ਸੇਵਕ ਅਸਲ 'ਚ ਕੌਣ ਹੈ? ਜਿਹੜਾ ਪਰਮਾਤਮਾ ਦਾ ਹੁਕਮ ਮੰਨੇ। ਤੁਸੀਂ ਸਰਵੈਂਟ ਰੱਖਿਆ, ਜੋ ਤੁਹਾਡਾ ਹੁਕਮ ਹੀ ਨਾ ਮੰਨੇ, ਤੁਸੀਂ ਚੱਲ ਵੀ ਚੱਲ ਦਫਾ ਹੋ ਜਾ, ਕੱਲ੍ਹ ਤੋਂ ਨਾ ਹੀ। ਸਰਵੈਂਟ ਦਾ ਕੰਮ ਆਪਣੇ ਮਾਲਕ ਦਾ ਹੁਕਮ ਮੰਨਣਾ। ਉਹ ਸਰਵੈਂਟ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਸੇਵਕ। ਇੰਗਲਿਸ਼ 'ਚ ਸਮਝ ਆ ਗਈ, ਪੰਜਾਬੀ ਕਈ ਵਾਰੀ ਸਮਝ ਨਹੀਂ ਆਉਂਦੀ। ਮੈਂ ਦੇਖਿਆ, ਅਸੀਂ DLF ਕਲੋਨੀ 'ਚ ਰਹਿੰਦੇ ਸੀ। ਮੈਂ ਉਹਨੂੰ ਕਿਹਾ ਵੀ ਸਾਹਮਣੇ ਡਾਕਟਰ ਸਾਹਿਬ ਨੇ, ਉਹਨਾਂ ਨੂੰ 25 ਪੈਸੇ ਦੇ ਕੇ ਆ। ਕਿ ਜੋ ਕਿੰਨੇ ਹੁੰਦੇ ਨੇ? ਮੈਂ ਕਿਹਾ 25। ਅੱਛਾ ਹੁਣੇ ਦੇ ਕੇ ਉਹਨੂੰ। ਛੋਟਾ ਬੱਚਾ ਸੀ ਮੈਂ। 25 ਪੈਸੇ ਡਾਕਟਰ ਸਾਹਿਬ ਨੂੰ ਸਾਹਮਣੇ, ਭਲੇ ਜ਼ਮਾਨੇ ਸਨ। ਮੈਂ 25 ਪੈਸੇ ਦੇ ਕੇ, ਕਹਿੰਦੇ ਉਹ ਕਿੰਨੇ ਹੁੰਦੇ ਨੇ? ਮੈਂ 25। ਮੈਨੂੰ ਪਤਾ ਸੀ ਇੰਗਲਿਸ਼ ਸਕੂਲ 'ਚ ਪੜ੍ਹਦਾ। ਮੈਂ 25 ਕਹਿੰਦਾ ਅੱਛਾ ਦੇ। ਸੋ ਇਸ ਲਈ ਹੋ ਸਕਦਾ ਸਰਵੈਂਟ ਜ਼ਿਆਦਾ ਛੇਤੀ ਸਮਝ ਆਉਂਦਾ ਹੋਵੇ ਸੇਵਕ ਨਾਲੋਂ। ਪਰਮਾਤਮਾ ਆਪਣੇ ਸੇਵਕਾਂ ਨੂੰ ਸ਼ਿਵ ਗੁਣ, ਰੱਬੀ ਗੁਣ ਦਿੰਦਾ ਹੈ। ਇੱਕ ਸੁਖ ਦਿਓ, ਤੇ ਸੁਖ ਦਿੰਦਾ ਹੈ, ਸੁਖ ਦਿੰਦਾ। ਸਤਰਨ ਕੋ ਪਲ ਮੋਹ ਬੱਧ ਕੀਓ। ਪਲ ਮੋਹ ਪਲ ਵਿੱਚ। ਸਤਰਨ ਦੁਸ਼ਮਣਾਂ ਨੂੰ, ਬੱਧ ਹੁੰਦਾ ਮਾਰਨਾ, ਬੱਧ ਕੀਓ ਮਾਰ ਦਿੰਦਾ। ਪਰਮਾਤਮਾ ਦੁਸ਼ਮਣਾਂ ਨੂੰ ਇੱਕ ਪਲ ਵਿੱਚ ਮਾਰ ਦਿੰਦਾ ਹੈ। ਸੋ ਉਹ ਪਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹ ਪਰਮਾਤਮਾ ਜਿਹੜਾ ਆਪਣੇ ਸੇਵਕਾਂ ਨੂੰ ਰੱਬੀ ਗੁਣ ਦਿੰਦਾ ਹੈ ਅਤੇ ਸੁਖ ਦਿੰਦਾ ਹੈ, ਉਹ ਪਰਮਾਤਮਾ ਜਿਹੜਾ ਦੁਸ਼ਮਣਾਂ ਨੂੰ ਇੱਕ ਸੈਕਿੰਡ ਵਿੱਚ ਮਾਰ ਸਕਦਾ ਹੈ, ਕਹਿੰਦੇ ਇਹੋ ਜਿਹੇ ਪਰਮਾਤਮਾ ਨੂੰ ਨਮਸਕਾਰ ਤਿਸੀ ਕੋ ਹਮਾਰੀ, ਉਸ ਨੂੰ ਸਾਡੀ ਨਮਸਕਾਰ ਹੈ। ਕਈ ਵਾਰੀ ਇਹੀ ਲਾਈਨ ਅਖੀਰ 'ਚ ਹੁੰਦੀ ਹੈ ਅਤੇ ਕਈ ਵਾਰੀ ਪਹਿਲੇ ਹੀ ਹੁੰਦੀ ਹੈ। ਨਮਸਕਾਰ ਤਿਸੀ ਕੋ ਹਮਾਰੀ, ਉਸ ਨੂੰ ਸਾਡੀ ਨਮਸਕਾਰ ਹੈ। ਬੰਦਾ ਸੋਚਦਾ ਕਿਸ ਨੂੰ? ਜੇ ਤਾਂ ਪਹਿਲਾਂ 3 ਲਾਈਨਾਂ ਹੁੰਦੀਆਂ ਅਤੇ ਅਖੀਰ 'ਤੇ ਨਮਸਕਾਰ ਤਿਸੀ ਕੋ ਹਮਾਰੀ, ਫਿਰ ਤਾਂ ਸਾਨੂੰ ਸਮਝ ਆ ਜਾਣੀ ਸੀ। ਸਮਝ ਆ ਜਾਣੀ। ਇੱਥੇ ਪਹਿਲੀ ਲਾਈਨ ਹੈ ਨਮਸਕਾਰ ਤਿਸੀ ਕੋ ਹਮਾਰੀ, ਸਾਡੀ ਨਮਸਕਾਰ ਉਸ ਨੂੰ ਹੈ। ਅੱਗੇ ਕਿਸ ਨੂੰ ਹੈ? ਕਿਸ ਨੂੰ ਹੈ? ਉਹ ਕਿਸ ਨੂੰ ਦਾ ਜਵਾਬ ਅੱਗੇ ਦਿੱਤਾ। ਸਕਲ ਪ੍ਰਜਾ ਜਨਾਬ ਸਵਾਰੀ, ਜਿਹਨੇ ਸਾਰੀ ਪ੍ਰਜਾ ਬਣਾਈ ਹੈ। ਸੇਵਕਨ ਕੋ ਸ਼ਿਵ ਗੁਣ ਸੁਖ ਦਿਓ, ਜਿਸ ਨੇ ਆਪਣੇ ਸੇਵਕਾਂ ਨੂੰ ਗੁਣ ਦਿੱਤੇ ਨੇ ਅਤੇ ਸੁਖ ਦਿੱਤਾ ਹੈ। ਸਤਰਨ ਕੋ ਪਲ ਮੋਹ ਬੱਧ ਕੀਓ, ਅਤੇ ਜਿਹੜਾ ਆਪਣੇ ਦੁਸ਼ਮਣਾਂ ਨੂੰ ਇੱਕ ਸਾਈਡ 'ਚ ਮਾਰ ਸਕਦਾ ਹੈ, ਉਹਨੂੰ ਸਾਡੀ ਨਮਸਕਾਰ ਹੈ। ਅੱਗੇ ਕਹਿੰਦੇ ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਂਟੀ ਆਪਾਂ ਕਹਿੰਦੇ ਕੀੜੀ, ਹਿੰਦੀ 2 ਸ਼ਬਦ ਨੇ, ਇੱਕ ਚੀਂਟੀ, ਇੱਕ ਚਿਉਂਟੀ। ਚਿਉਂਟੀ ਵੀ ਹਿੰਦੀ ਦਾ ਸ਼ਬਦ ਹੈ, ਕੀੜੀ। ਚੀਂਟੀ, ਚਿਉਂਟੀ। ਡਿਕਸ਼ਨਰੀ 20 ਚਿਉਂਟੀ ਵੀ ਲਿਖਿਆ ਹੋਇਆ ਕੀੜੀ, ਚੀਂਟੀ ਵੀ ਕੀੜੀ ਹੈ। काट काट के अंतर की जानत, भले बुरे की पीर पछानत।
ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇਹਨੂੰ ਕਿਰਪਾ ਨਹੀਂ ਪੜ੍ਹਨਾ। ਕਿਰਪਾ ਪੰਜਾਬੀ ਦਾ ਸ਼ਬਦ ਹੁੰਦਾ ਹੈ ਅਤੇ ਸਪੈਲਿੰਗ ਹੁੰਦੇ ਨੇ ਕੱਕੇ ਨੂੰ ਸਿਹਾਰੀ, ਰਾਰਾ ਪੱਪੇ ਨੂੰ ਕੰਨਾ, ਪੂਰਾ ਰਾਰਾ ਹੁੰਦਾ। ਪੰਜਾਬੀ 'ਚ ਅੱਧੇ ਅੱਖਰ ਨਹੀਂ ਹੁੰਦੇ। ਖਿਆਲ ਰੱਖਣਾ, ਪੰਜਾਬੀ 'ਚ ਅੱਧੇ ਅੱਖਰ ਨਹੀਂ ਹੁੰਦੇ। ਪਰ ਜੇ ਉਹ ਸ਼ਬਦ ਹਿੰਦੀ ਦਾ ਅਤੇ ਲਿਖਿਆ ਪੰਜਾਬੀ 'ਚ ਤਾਂ ਫਿਰ ਉਹਦਾ ਉਚਾਰਨ ਹਿੰਦੀ ਦੀ ਤਰ੍ਹਾਂ ਹੀ ਹੋਏਗਾ। ਅੱਖਰ ਤਾਂ ਪੰਜਾਬੀ ਦੇ ਨੇ, ਪਰ ਪੈਰ 'ਚ ਰਾਰਾ ਪਾ ਰੱਖਿਆ ਹੈ ਅਤੇ ਰਾਰਾ ਇੱਥੇ ਅੱਧਾ, ਇੱਥੇ ਰਾਰਾ ਅੱਧਾ ਹੈ ਤਾਂ ਪੈਰ 'ਚ ਪਾਇਆ ਕਿਰਪਾ। ਫਿਰ ਇਸ ਨੂੰ ਤੇਜ਼ੀ ਨਾਲ ਪੜ੍ਹਨਾ ਕਿਰਪਾ, ਇਹਨੂੰ ਫਿਰ ਕਿਰਪਾ ਨਹੀਂ ਪੜ੍ਹਨਾ। ਕਿਰਪਾ ਤਾਂ ਪੜ੍ਹਨਾ ਜੇ ਪੂਰਾ ਰਾਰਾ ਹੁੰਦਾ, ਫਿਰ ਕਿਰਪਾ, ਫਿਰ ਉਹ ਪੰਜਾਬੀ ਦਾ ਸ਼ਬਦ ਹੋ ਜਾਣਾ ਸੀ। ਇਹ ਹਿੰਦੀ ਚੱਲ ਰਹੀ ਹੈ, ਇਹ ਕੀ ਚੱਲ ਰਿਹਾ? ਹਿੰਦੀ ਚੱਲ ਰਹੀ ਹੈ, ਬਸ ਅੱਖਰ ਹੀ ਗੁਰਮੁਖੀ ਦੇ। ਤੁਸੀਂ ਕਹੋ ਪੰਜਾਬੀ ਅਤੇ ਗੁਰਮੁਖੀ 'ਚ ਕੀ ਫਰਕ ਹੈ? ਪੰਜਾਬੀ ਅਤੇ ਗੁਰਮੁਖੀ 'ਚ ਕੀ ਫਰਕ ਹੈ? ਪੰਜਾਬੀ ਨੂੰ ਕਾਹਦੇ 'ਚ ਲਿਖਿਆ ਜਾਂਦਾ? ਗੁਰਮੁਖੀ ਲਿਖਿਆ ਜਾਂਦਾ। ਜਿਵੇਂ ਹਿੰਦੀ ਨੂੰ ਕਾਹਦੇ 'ਚ ਲਿਖਿਆ ਜਾਂਦਾ? ਦੇਵਨਾਗਰੀ 'ਚ। ਆਹ ਹਿੰਦੀ ਦੇ ਜਿਹੜੇ ਅੱਖਰ ਨੇ, ਊੜਾ ਆੜਾ ਈੜੀ ਸ, ਇਹ ਦੇਵਨਾਗਰੀ ਹੈ। ਲਿਪੀ ਜਿਹਨੂੰ ਆਪਾਂ ਕਹਿੰਦੇ ਲਿਪੀ, ਪੰਜਾਬੀ ਲਿਪੀ ਜਿਹੜੀ ਹੈ ਉਹ ਹੈ ਗੁਰਮੁਖੀ। ਊੜਾ ਆੜਾ ਈੜੀ ਸੱਸਾ, ਇਹ ਗੁਰਮੁਖੀ ਹੈ। ਪੰਜਾਬੀ ਨੂੰ ਗੁਰਮੁਖੀ 'ਚ ਲਿਖਿਆ ਜਾਂਦਾ ਹੈ, ਹਿੰਦੀ ਨੂੰ ਦੇਵਨਾਗਰੀ 'ਚ ਲਿਖਿਆ ਜਾਂਦਾ ਹੈ। ਸੋ ਇਸ ਲਈ ਇਹ ਰਾਰਾ ਅੱਧਾ ਹੈ, ਇਸ ਨੂੰ ਤੇਜ਼ੀ ਨਾਲ ਪੜ੍ਹਨਾ। ਕਿਰਪਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਦਾ, ਹਰ ਇੱਕ ਦੇ ਅੰਦਰ ਦੀ ਪਰਮਾਤਮਾ ਜਾਣਦਾ। ਘਟ ਘਟ, ਹਰ ਇੱਕ, ਘਟ ਸਰੀਰ ਨੂੰ ਕਹਿੰਦੇ ਨੇ। ਹਰ ਇੱਕ ਸਰੀਰ ਦੇ ਅੰਦਰ ਕੀ ਹੈ? ਘਟ ਮਨ ਨੂੰ ਵੀ ਕਹਿੰਦੇ ਨੇ। ਹਰ ਇੱਕ ਮਨ ਦੇ ਵਿੱਚ ਕੀ ਹੈ? ਉਹ ਪਰਮਾਤਮਾ ਜਾਣਦਾ। ਮੇਰੇ ਮਨ 'ਚ ਕੀ ਹੈ ਤੁਸੀਂ ਨਹੀਂ ਜਾਣਦੇ। ਮੇਰੇ ਮਨ 'ਚ ਕੀ ਹੈ ਉਹ ਜਾਣਦਾ, ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਉਹ ਜਾਣ ਸਕਦਾ। ਕਿਉਂਕਿ ਇਹ ਜਿਹੜੀ ਰਿਧੀਆਂ ਸਿੱਧੀਆਂ ਨੇ, 18 ਸਿੱਧੀਆਂ ਨੇ। ਦਿਵ ਦ੍ਰਿਸ਼ਟੀ ਦਾ ਮਤਲਬ ਹੁੰਦਾ ਬਹੁਤ ਦੂਰ ਤੱਕ ਵੇਖ ਸਕਣਾ। ਇੱਥੋਂ ਬੈਠੇ ਹੋਏ ਹੀ ਅਮਰੀਕਾ ਕੈਨੇਡਾ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਵੇਖ ਸਕਣਾ ਕਿ ਉਹ ਇਸ ਵੇਲੇ ਕੀ ਕਰ ਰਿਹਾ ਹੈ, ਦੇਖ ਸਕਣਾ। ਕੋਈ ਆ ਜਾਏ ਫਲਾਣਾ ਬੰਦਾ ਮੇਰੇ ਨਾਲ ਜੀ ਗਹਿਣੇ ਚੱਕ ਕੇ ਲੈ ਗਿਆ ਹੈ, ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਉਹ ਵੇਖ ਲੇਗਾ ਵੀ ਉਹਨੇ ਗਹਿਣੇ ਲਿਜਾ ਕੇ ਕਿੱਥੇ ਰੱਖੇ। ਕੀ ਸੁਨਿਆਰੇ ਨੂੰ ਵੇਚਦੇ ਨੇ? ਉਹ ਸੁਨਿਆਰਾ ਵੀ ਦਿਸੂਗਾ। ਉਸ ਸੁਨਿਆਰੇ ਨੇ ਕਿਹੜੀ ਅਲਮਾਰੀ 'ਚ ਗਹਿਣੇ ਰੱਖੇ ਨੇ ਉਹ ਵੀ ਦੱਸੂ, ਉਹ ਵੀ ਦੱਸੂ। ਇਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਖੁੱਲ੍ਹ। ਇੱਕ ਹੁੰਦੀ ਅੰਤਰਯਾਮਤਾ, ਵੀ ਇਹ ਕੀ ਸੋਚ ਰਿਹਾ। ਤੁਸੀਂ ਖੜ੍ਹੇ ਹੋ, ਗੁਰੂ ਮਹਾਰਾਜ ਅੱਗੇ ਅਰਦਾਸ ਕਰ ਰਹੇ ਮਨ 'ਚ, ਮੰਨ ਲਓ ਮੈਨੂੰ ਅੰਤਰਯਾਮਤਾ ਪ੍ਰਾਪਤ ਹੈ ਤਾਂ ਮੈਂ ਇੱਥੋਂ ਦੇਖ ਲਾਂਗਾ ਵੀ ਇਹ ਬੰਦਾ ਕੀ ਮੰਗ ਰਿਹਾ ਗੁਰੂ ਮਹਾਰਾਜ ਤੋਂ। ਕੋਈ ਮੈਨੂੰ ਮਿਲਣ ਆਇਆ ਤਾਂ ਮੈਨੂੰ ਪਤਾ ਲੱਗ ਜਾਏਗਾ ਇਹ ਚੰਗੀ ਭਾਵਨਾ ਨਾਲ ਮਿਲਣਾ ਹੈ ਕਿ ਮਾੜੀ ਭਾਵਨਾ ਨਾਲ ਆਇਆ ਹੈ। ਕਿ ਅੰਤਰਯਾਮਤਾ, ਅੰਤਰਜਾਮੀ ਜਿਹਨੂੰ ਕਹਿੰਦੇ ਹਨ, ਵੀ ਇਹਦੇ ਮਨ 'ਚ ਕੀ ਹੈ। ਸੋ ਇਸ ਲਈ ਕਈ ਵਾਰੀ ਰਾਜਿਆਂ ਨੂੰ ਗੁਰੂ ਅੱਗੇ ਦੱਸਦੇ ਨੇ। ਜਿਹੜਾ ਗੁਰੂ ਹੁੰਦਾ ਰਾਜਨ ਦੱਸਦਾ, ਰਾਜਨ ਇਹ ਜਿਹੜਾ ਸਾਹਮਣੇ ਤੇਰੇ ਖੜਾ ਨਾ ਇਹ ਛਲੀਆ ਹੈ, ਇਹ ਪੰਡਿਤ ਬਣ ਕੇ ਹੈ ਛੋਟਾ ਜਿਹਾ, ਇਹ ਪੰਡਿਤ ਨਹੀਂ ਹੈ। ਇਹ ਤਾਂ ਭਗਵਾਨ ਪੰਡਿਤ ਦਾ ਰੂਪ ਬਣ ਕੇ ਛੋਟੇ ਜਿਹੇ ਬਣ ਕੇ ਆਇਆ। ਇਹਦੀ ਗੱਲ ਨਾ ਮੰਨੀ। ਪਰ ਰਾਜਾ ਹਉਮੈ 'ਚ ਬੋਲੋ ਜੀ ਪੰਡਿਤ ਜੀ ਕੀ ਚਾਹੀਦਾ। ਉਹ ਕਹਿੰਦੇ ਰਾਜਨ ਮੈਂ ਗਰੀਬ ਬੰਦਾ ਨਾ, ਮੈਨੂੰ ਨਾ ਸਿਰਫ 2.5 ਕਦਮ ਧਰਤੀ ਚਾਹੀਦੀ ਹੈ, ਛੋਟਾ ਜਿਹਾ ਮੇਰਾ ਕੱਦ ਹੈ, ਮੈਂ ਝੌਂਪੜੀ ਬਣਾ ਕੇ ਰਹੀ ਜਾਵਾਂਗਾ। ਠਿਗਣਾ ਬਣ ਕੇ ਆ ਗਿਆ, ਮਦਰਾ ਬਣ ਕੇ ਆ ਗਿਆ। ਕਹਿੰਦੇ ਮੈਨੂੰ ਸਿਰਫ 2.5 ਕਦਮ ਧਰਤੀ ਚਾਹੀਦੀ। ਰਾਜਾ ਕਹਿੰਦੇ ਜਿਹੜੀ ਮਰਜ਼ੀ ਲੈ ਲਓ ਜੀ। ਕਹਿੰਦੇ ਨਹੀਂ ਮੈਨੂੰ ਸਿਰਫ 2.5 ਕਦਮ ਚਾਹੀਦੀ। ਉਹ ਹੈਗਾ ਸੀ ਭਗਵਾਨ
ਉਹਨੇ ਆਪਣੇ ਏਡਾ ਲੰਮਾ ਕਦਮ ਕਰ ਲਿਆ ਕਿ ਰਾਜੇ ਦੇ ਸਾਰਾ ਰਾਜ 2 ਕਦਮਾਂ 'ਚ ਹੀ ਮਿਣਤਾ, ਅੱਧਾ ਰਹਿ ਗਿਆ। ਕਹਿੰਦੇ ਰਾਜਨ, ਮੈਂ ਤੇ 2.5 ਕਦਮ ਮੰਗਿਆ, ਤੇਰੇ ਤੇ ਰਾਜ 2 ਕਦਮਾਂ 'ਚ ਹੀ ਮੁੱਕ ਗਿਆ, ਬਾਕੀ ਅੱਧਾ। ਕਹਿੰਦੇ ਬਾਕੀ ਫਿਰ ਮੈਂ ਹਾਂ ਜੀ। ਅਤੇ ਪੈਰ ਧਰਿਆ ਰਾਜ ਦੇ ਛਾਤੀ 'ਤੇ, ਪਤਾਲ 'ਚ ਪਹੁੰਚਾਤਾ। ਹੁਣ ਭਗਵਾਨ ਜਾਣ ਲੱਗਿਆ, ਰਾਜੇ ਨੇ ਲੱਤ ਫੜ ਲਈ ਕਿ ਜਾਂਦੇ ਕਿੱਥੇ? ਤੁਸੀਂ ਕਿਹਾ ਸੀ ਮੈਂ ਤੇਰੇ ਮਹਿਲਾਂ ਦੇ ਅੱਗੇ ਝੌਂਪੜੀ ਪਾ ਕੇ ਰਹਿਣਾ, ਰਹੋ ਹੁਣ ਇੱਥੇ। ਕਹਿੰਦੇ ਭਗਵਾਨ ਉਦੋਂ ਦਾ ਹੀ ਉਹ ਰਾਜ ਦੇ ਦਰ 'ਤੇ ਖੜ੍ਹਾ, ਦਰ 'ਤੇ ਖੜ੍ਹਾ। ਜਾਂਦਾ ਕਿੱਥੇ? ਤੂੰ ਕਿਹਾ ਸੀ ਮੈਨੂੰ 2.5 ਕਦਮ ਧਰਤੀ ਦੇ ਦੇ, ਮੈਂ ਤੇਰੇ ਮਹਿਲਾਂ ਦੇ ਅੱਗੇ ਝੌਂਪੜੀ ਪਾ ਕੇ ਰਹਿਣਾ। ਕਹਿੰਦੇ ਬੜਾ ਹੁਣ ਇੱਥੇ ਝੌਂਪੜੀ, ਰਹੋ ਹੁਣ ਇੱਥੇ। ਸੋ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ। ਹੁਣ ਰਾਜੇ ਦੀ ਦੇਹ ਦ੍ਰਿਸ਼ਟੀ ਖੁੱਲ੍ਹੀ ਨਹੀਂ ਸੀ, ਗੁਰੂ ਨੂੰ ਪਤਾ ਸੀ ਵੀ ਇਹ ਨਾ, ਇਹ ਪੰਡਤ ਨਹੀਂ ਹੈਗਾ, ਇਹ ਛਲੀਆ ਹੈ, ਇਹ ਰਾਜੇ ਨਾਲ ਛਲ ਕਰੇਗਾ। ਰਾਜੇ ਨੇ ਗੁਰੂ ਦੀ ਨਾ ਮੰਨੀ, ਫਿਰ ਰਿਹਾ ਨਾ ਅਫਸੋਸ। ਐਂ ਹੀ ਸਿੱਖ ਜਦੋਂ ਆਪਣੇ ਗੁਰੂ ਦੀ ਨਹੀਂ ਮੰਨਦਾ ਫਿਰ ਦੁਖੀ ਹੁੰਦਾ ਰਹਿੰਦਾ। ਇਹ ਸਿੱਖ, ਅੱਜ ਦਾ ਸਿੱਖ ਇਸੇ ਲਈ ਦੁਖੀ ਹੈ ਕਿ ਅਸੀਂ ਗੁਰੂ ਦੀ ਮੰਨਦੇ ਹੀ ਨਹੀਂ, ਆਪਣੀ ਮਰਜ਼ੀ ਕਰਦੇ। ਮਰੋ ਫਿਰ 125 ਤੇ ਮਰ ਗਿਆ ਨਾ, ਮਰਜ਼ੀ ਕੀਤੀ ਨਾ ਆਪਣੀ। ਮੇਰਾ ਕਿੰਨੇ ਅੱਜ ਆ ਗਏ ਸੀ, 125 ਆ ਗਏ ਹੁਣ ਜਿਹੜੇ ਮਰ ਗਏ ਨੇ ਜ਼ਹਿਰੀਲੀ ਸ਼ਰਾਬ ਪੀ ਕੇ, ਆਪਣੀ ਮਰਜ਼ੀ ਕੀਤੀ ਨਾ। ਗੁਰੂ ਮਹਾਰਾਜ ਕਹਿੰਦੇ ਨਹੀਂ ਨਸ਼ਾ ਕਰਨਾ, ਗੁਰੂ ਦੀ ਕਿਹੜਾ ਪਰਵਾਹ ਕਰਦਾ। ਉਹ ਇੰਨੇ ਮਰ ਗਏ, ਇਹ ਇੰਨੇ ਬੰਦੇ ਨੇ, ਇੰਨੇ ਸਮਝੋ ਪਰਿਵਾਰ ਹੀ ਬਰਬਾਦ ਹੋ ਗਏ। ਇਹ ਨਾ ਸਮਝੋ 125 ਬੰਦੇ ਮਰੇ, ਨਹੀਂ ਐ ਸਮਝੋ 125 ਪਰਿਵਾਰ ਹੀ ਬਰਬਾਦ ਹੋ ਗਏ। ਨਹੀਂ ਗੁਰੂ ਦੀ ਮੰਨੀ, ਨਹੀਂ ਸਰਕਾਰ ਦੀ ਮੰਨੀ, ਠੀਕ ਹੈ, ਹੁਣ ਰੋਈ ਪਿੱਟੀ ਜਾਓ। ਹੁਣ ਰੋਣ ਪਿੱਟਣ ਜੋ ਹੋਣਾ ਸੀ ਤੇ ਹੁਣ ਹੋ ਗਿਆ। ਅਬ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ, ਤੇ ਖੇਤ ਹੀ ਚੁਗਿਆ ਗਿਆ। ਅਸੀਂ ਗੁਰੂ ਦੀ ਮੰਨਦੇ ਹੀ ਨਹੀਂ, ਇਸ ਲਈ ਅਸੀਂ ਦਿਨੋਂ ਦਿਨ ਦੁਖੀ ਹੋਈ ਜਾ ਰਹੇ ਹਾਂ। ਅਜੇ ਵੀ ਵੇਲਾ ਹੈ, ਮੁੜ ਪਾਓ ਗੁਰੂ ਵੱਲ ਨੂੰ। ਜਿੰਨਾ ਛੇਤੀ ਮੁੜ ਪਾਂਗੇ ਓਨਾ ਹੀ ਠੀਕ ਹੈ। ਬੇਰ ਡੁੱਲੇ ਹੁਣ ਛੇਤੀ ਚੁਗ ਲਓ ਅਤੇ ਧੋ ਕੇ ਖਾ ਸਕਦੇ। ਅਤੇ ਜੇ ਬੇਰ ਡੁੱਲਣਾ ਦੇਰ ਹੋ ਜਾਣਾ, ਉੱਤੋਂ ਕੋਈ ਕਾਰ ਲੰਘ ਗਈ, ਕੋਈ ਸਾਈਕਲ ਘੁੰਮੜ, ਫਿਸ ਜਾਣਗੇ ਸਾਰੇ, ਕਿਸੇ ਕੰਮ ਨਹੀਂ ਹੋਣਾ। ਇਸ ਲਈ ਇਹ 3 ਗੱਲਾਂ 'ਤੇ ਹਰ ਇੱਕ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ ਜੇ ਉਹਨੇ ਸੁਖੀ ਰਹਿਣਾ। 10 ਨਾਮ ਦੀ ਕਿਰਤ ਕਰੇ, ਹਰਾਮ ਦੀ ਕਮਾਈ ਦੇ ਕੇ ਨਵਾਂ ਪੈਸਾ ਵੀ ਮਨਜ਼ੂਰ ਨਹੀਂ ਕਰਨਾ। ਬੱਚੇ ਤਾਂ ਕਹਿਣਗੇ, ਘਰ ਵਾਲੀ ਵੀ ਕਹੇਗੀ, ਤੁਸੀਂ ਐਡੀ ਪੋਸਟ 'ਤੇ ਲੱਗੇ ਹੋਏ ਹੋ ਜੀ। ਸਾਡਾ ਇੱਕ ਸਟੂਡੈਂਟ ਲੱਗਾ ਹੋਇਆ ਹੈ ਦਫ਼ਤਰ 'ਚ, ਉਹ ਬਿੱਲ ਬਣਾਉਂਦਾ ਹੈ, ਉਹ ਮੈਨੂੰ ਇੱਕ ਉਹਦੇ ਦਫ਼ਤਰ ਦਾ ਮਿਲ ਗਿਆ। ਕਦੇ ਕਮਾਲ ਦਾ ਤੁਹਾਡਾ ਬੰਦਾ ਜੀ, ਕੋਈ ਰਿਸ਼ਵਤ ਹੀ ਨਹੀਂ ਲੈਂਦਾ ਹੈ, ਨਹੀਂ ਤਾਂ ਕਿੰਨੇ ਹੀ ਪੈਸੇ ਕਮਾ ਸਕਦਾ ਰੋਜ਼ ਦੇ। ਬਿੱਲ ਪਾਸ ਕਰਨੇ, ਕਿਤੇ ਏਰੀਅਰ ਪਾਸ ਕਰਨਾ, ਕਿਤੇ ਕੁਛ ਕਰਨਾ। ਕਹਿੰਦਾ ਬੰਦਾ ਬੜਾ ਜ਼ਬਰਦਸਤ ਤੁਸੀਂ ਭੇਜਿਆ ਸਾਡੇ ਦਫ਼ਤਰ 'ਚ, ਉਹਦਾ ਪੈਸੇ ਕੋਈ ਨਹੀਂ ਲੈਂਦਾ। ਮੈਂ ਠੀਕ ਹੈ ਬਈ, ਚੰਗਾ ਰਹੇਗਾ। ਜੇ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਗਿਆ ਨਾ, ਫਿਰ ਨਹੀਂ ਹਟਦਾ ਹੈ। ਮੈਂ ਕਦੇ ਕੁੱਤੇ ਨੂੰ ਦੇਖਿਓ, ਹੱਡੀ 'ਤੇ ਕੋਈ ਮਾਸ ਨਹੀਂ ਹੁੰਦਾ, ਪਰ ਉਸ ਹੱਡੀ ਨੂੰ ਚੂਸ ਰਿਹਾ ਹੈ। ਉਹ ਅਸਲ ਉਹਦੇ ਮਸੂੜਿਆਂ ਦੇ ਵਿੱਚੋਂ ਹੀ ਖੂਨ ਨਿਕਲਦਾ ਹੈ, ਅਤੇ ਉਹ ਆਪਣੇ ਖੂਨ ਨੂੰ ਹੀ ਚੂਸ ਰਿਹਾ ਹੈ, ਅਤੇ ਉਹਨੂੰ ਐਂ ਲੱਗਦਾ ਹੱਡੀ 'ਚ ਸਵਾਦ ਆ ਰਿਹਾ, ਸਵਾਦ ਆ ਰਿਹਾ। ਇਹ ਹੱਡੀ ਦਾ ਸਵਾਦ ਹੈ, ਇਹ ਮਗਰੋਂ ਫਿਰ ਪਛਤਾਉਣਾ ਪੈਂਦਾ ਹੈ। ਹਰਾਮ ਦੀ ਕਮਾਈ ਸ਼ੁਰੂ ਬੜੀ ਚੰਗੀ ਲੱਗਦੀ ਹੈ, ਕਿਉਂ? ਬਿਨਾਂ ਕੁਛ ਕੀਤੇ ਮਾਲ ਆ ਰਿਹਾ। ਘਰ ਵਾਲੀ ਵੀ ਖੁਸ਼, ਕਦੇ ਗਹਿਣੇ ਬਣਾਉਂਦੀ, ਕਦੇ ਸੂਟ ਲੈਂਦੀ, ਜਵਾਕ ਵੀ ਖੁਸ਼। ਜਵਾਕ ਖੁਸ਼, 22 ਨੰਬਰ ਫਾੜਨ ਜਾ ਕੇ ਖਾਂਦੇ ਪੀਂਦੇ ਨੇ। ਪਰ ਜਦੋਂ ਹਿਸਾਬ ਕਿਤਾਬ ਹੁੰਦਾ ਨਾ, ਫਿਰ ਔਖਾ ਹੋ ਜਾਂਦਾ। ਫਿਰ ਜਿੱਦੇ ਕਿਤੇ ਫੜਿਆ ਗਿਆ, ਇਹ ਫਿਰ ਮੇਰੇ ਕੋਲ ਆਉਣਗੇ, ਉਹ ਜੀ ਮੇਰਾ ਘਰ ਫੜਿਆ ਗਿਆ ਜੀ, ਉਹ ਜੀ ਸਸਪੈਂਡ ਹੋ ਗਿਆ ਜੀ, ਉਹ ਜੀ ਬਹਾਲ ਹੋ ਜਾਏ ਜੀ। ਉਹ ਤਾਂ ਬਾਬਾ ਕਿਆ ਕਰੇਗਾ ਹੁਣ? ਤੁਸੀਂ ਮੇਰੇ ਤੋਂ ਪੁੱਛ ਕੇ ਉਸਨੇ ਰਿਸ਼ਵਤ ਲਈ ਸੀ? ਬੋਲੋ, ਕੀ ਮੇਰੇ ਤੋਂ ਪੁੱਛ ਕੇ ਉਹਨੇ ਨਸ਼ੇ ਦੀ ਗੋਲੀਆਂ ਵੇਚੀਆਂ ਸਨ? ਇਹ ਕਿੱਥੇ ਆ ਗਿਆ? ਉਦੋਂ ਇੱਥੇ ਉੱਤੇ ਹੁੰਦੇ ਸਨ ਅਰਦਾਸ। ਉਹ ਜੀ ਦੁੱਧ ਹੀ ਸੀ, ਦੁੱਧ ਵੇਚਣਾ। ਮੇਰੀ ਕਮਾਈ 'ਚ ਵਾਧਾ ਹੋਵੇ। ਮੈਂ ਜੀ ਕੀ ਕੰਮ ਕਰਦੇ? ਭਰੀ ਸਭਾ ਬੈਠੀ ਸੀ,
ਮੈਂ ਕੀ ਕੰਮ ਕਰ, ਮੈਂ ਜੀ ਦੋਧੀ ਹਾਂ। ਕਈ ਦੋਜੀ ਕਹਿੰਦੇ ਨੇ, ਕਿਤੇ ਇਲਾਕੇ ਦੋਧੀ ਕਹਿੰਦੇ। ਮੈਂ ਅੱਛਾ, ਮੈਂ ਦੇਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹੇ ਹੋ, ਗੁਰੂ ਗ੍ਰੰਥ ਸਾਹਿਬ ਸਾਹਮਣੇ ਸਹੁੰ ਖਾਓ ਕਿ ਮੈਂ ਕੱਲ੍ਹ ਤੋਂ ਮਿਲਾਵਟ ਨਹੀਂ ਕਰਾਂਗਾ। ਮੈਂ ਕਰ ਦਿੰਦਾ ਅਰਦਾਸ, ਚੁੱਪ। ਮੈਂ ਕਹੋ ਮੈਂ ਕੱਲ੍ਹ ਤੋਂ ਦੁੱਧ 'ਚ ਮਿਲਾਵਟ ਨਹੀਂ ਕਰਾਂਗਾ, ਚੁੱਪ। ਮੈਂ ਜਾਓ ਜੀ, ਤੁਹਾਡੀ ਅਰਦਾਸ ਨਹੀਂ ਤੇ ਹੁੰਦੀ। ਇਹਦਾ ਤੁਸੀਂ ਚਾਹੁੰਦੇ ਹੋ ਤੁਹਾਡੀ ਕਮਾਈ 'ਚ ਵਾਧਾ ਹੋਵੇ ਅਤੇ ਨਾਲ ਤੁਸੀਂ ਬੇਈਮਾਨੀਆਂ ਕਰਦੇ ਰਹੋ, ਇਹ ਨਹੀਂ ਹੋਏਗਾ। ਇੱਕ ਥਾਣੇਦਾਰ ਆ ਗਿਆ, ਮੈਂ ਜੀ ਸਸਪੈਂਡ ਹੋ ਗਿਆ, ਬਹਾਲ ਹੋ ਜਾ। ਮੈਂ ਜੀ ਕਿਉਂ ਸਸਪੈਂਡ ਹੋ ਗਏ? ਕਦੇ ਰਿਸ਼ਵਤ ਲਈ ਸੀ। ਮੈਂ ਤਾਂ ਇੱਥੇ ਗੁਰੂ ਗ੍ਰੰਥ ਦੇ ਸਾਹਮਣੇ ਕਹੋ ਜੀ ਮੈਂ ਬਹਾਲ ਹੋ ਜਾ, ਅੱਗੇ ਤੋਂ ਰਿਸ਼ਵਤ ਨਹੀਂ ਲਵਾਂਗਾ, ਚੁੱਪ। ਮੈਂ ਬੋਲੋ, ਕਹੋ ਮੈਂ ਬਹਾਲ ਹੋ ਜਾ, ਅੱਗੇ ਤੋਂ ਰਿਸ਼ਵਤ ਨਹੀਂ ਲਵਾਂਗਾ, ਚੁੱਪ। ਮੈਂ ਸਰਦਾਰ ਜੀ ਜਾਓ, ਤੁਹਾਡੀ ਇੱਥੇ ਅਰਦਾਸ ਹੁੰਦੀ। ਅਸੀਂ ਚਾਹੁੰਦੇ ਅਸੀਂ ਠੱਗੀਆਂ ਠੋਰੀਆਂ ਵੀ ਕਰਦੇ ਰਹੀਏ ਅਤੇ ਸਾਡਾ ਵਿਗੜੇ ਵੀ ਕੁਛ ਨਾ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਹੁਣ ਠੀਕ ਹੈ, ਖਾਧੇ ਲੱਖਾਂ ਰੁਪਈਏ, ਹੁਣ ਭੋਗੀ ਜਾਓ। 100 ਵੇ ਜੀਆ ਆਪਣਾ ਕੀਆ। ਪਰਮਾਤਮਾ ਤਾਂ ਘਟ ਘਟ ਕੇ ਜਾਣਤ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਰਮਾਤਮਾ ਤੇ ਹਰ ਇੱਕ ਦੇ ਮਨ ਦੀ ਜਾਣਦਾ ਹੈ, ਭਲੇ ਬੁਰੇ ਦੀ ਪੀਰ ਪਛਾਣਦਾ। ਪੀਰ ਹੁੰਦਾ ਦੁੱਖ, ਪੀੜ ਜਿਹਨੂੰ ਕਹਿੰਦੇ। ਚੰਗੇ ਮੰਦੇ ਨੂੰ ਕੀ ਦੁੱਖ ਹੈ ਉਹ ਵੀ ਉਹਨੂੰ ਜਾਣਦਾ ਹੈ। ਤਾਂ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ। ਪਰਮਾਤਮਾ ਨੂੰ ਦੱਸਣ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਮੇਰੀ ਢਿੱਡ ਪੀੜ ਹੁੰਦੀ ਹੈ, ਹਟਾ ਦਿਓ, ਉਹਨੂੰ ਪਤਾ ਹੈ। ਪਰ ਨਾਲ ਦਵਾਈ ਲੈਣੀ ਹੈ। ਪਰਮਾਤਮਾ ਕਹਿੰਦੇ ਜਾ ਫਲਾਣੇ ਹਸਪਤਾਲ ਜਾ ਅਤੇ ਦਵਾਈ ਲੈ, ਨਾਲ ਬਾਣੀ ਪੜ੍ਹ, ਦਵਾਈ ਅਸਰ ਕਰੇਗੀ। ਭਲੇ ਬੁਰੇ ਕੀ ਪੀਰ ਪਛਾਣ। ਪਰਮਾਤਮਾ ਚੰਗੇ ਮੰਦੇ ਦੇ ਦੁੱਖ ਨੂੰ ਜਾਣਦਾ ਹੈ। ਚੀਂਟੀ ਅਤੇ ਕੁੰਚਰ ਅਸੂਲਾ। ਚੀਂਟੀ ਕੀੜੀ ਪਾ ਛੋਟੇ ਜਾਨਵਰ, ਕੁੰਚਰ ਹਾਥੀ ਹੁੰਦਾ, ਅਸਤੂਲਾ ਮੈਨੇ ਬਹੁਤ ਵੱਡਾ। ਹਾਥੀ ਕਿੱਡੇ ਵੱਡੇ ਸਰੀਰ ਦਾ ਹੁੰਦਾ, ਕੀੜੀ ਦੇ ਮੁਕਾਬਲੇ ਕੁਛ ਵੀ ਨਹੀਂ ਹੈ। ਚੀਂਟੀ ਅਤੇ ਕੁੰਚਰ ਅਸੂਲਾ। ਕੀੜੀ ਤੋਂ ਲੈ ਕੇ ਵੱਡੇ ਸਰੀਰ ਵਾਲੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਪਰਮਾਤਮਾ ਸਾਰਿਆਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਫੂਲਾ ਮੈਨੇ ਖੁਸ਼ ਹੁੰਦਾ ਹੈ। ਉਹ ਇਹ ਨਹੀਂ ਦੇਖਦੇ ਕੀੜੀ ਹੈ ਕਿ ਹਾਥੀ ਹੈ, ਉਹ ਤਾਂ ਸਾਰਿਆਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਖੁਸ਼ ਹੁੰਦਾ ਹੈ। ਪਰਮਾਤਮਾ ਕਿਰਪਾ ਦ੍ਰਿਸ਼ਟੀ ਦੇ ਸਾਰਿਆਂ 'ਤੇ ਕਰ ਰਿਹਾ, ਪਰ ਸਾਡੀ ਜਿਹੜੀ ਹਉਮੈ ਹੈ ਨਾ, ਇਹ ਕਿਰਪਾ ਹੋਣ ਨਹੀਂ ਦਿੰਦੀ। ਇਹ ਹੋਣ ਨਹੀਂ ਦਿੰਦੀ। ਮੀਂਹ ਪਹਾੜਾਂ 'ਤੇ ਪੈਂਦਾ, ਉਹ ਤਾਂ ਪਤਾ ਨਾ, ਪਰ ਉਹ ਉੱਚੇ ਨੇ, ਉਹ ਹਉਮੈ ਦਾ ਚਿੰਨ੍ਹ ਨੇ। ਇਸ ਸਾਰਾ ਪਾਣੀ ਪਹਾੜਾਂ 'ਤੇ ਰੁੜ ਕੇ ਨੀਵੇਂ ਥਾਂ 'ਤੇ ਆ ਜਾਂਦਾ, ਉਹ ਸੁੱਕੇ ਦੇ ਸੁੱਕੇ ਰਹਿ ਜਾਂਦੇ ਨੇ। ਮੀਂਹ ਪਿਆ ਉਹਨਾਂ 'ਤੇ, ਫਾਇਦਾ ਨੀਵੇਂ ਥਾਂ ਵਾਲੇ ਉਠਾ ਕੇ ਨੀਵੇਂ ਥਾਂ 'ਤੇ ਰਹਿ ਗਏ। ਜਦੋਂ ਤੁਸੀਂ ਪਾਣੀ ਪੀਂਦੇ ਹੋ ਹੱਥ ਬੁੱਕ ਨਾਲ ਵਿਚਾਲੇ ਨੀਵਾਂ ਕਰਦੇ ਹੋ ਨਾ, ਦੇਗ ਲੈਂਦੇ ਹੋ ਦੋਨੋਂ ਹੱਥ ਜੋੜਦੇ ਹੋ, ਵਿਚਾਲੋ ਨੀਵੇਂ ਕਰਦੇ ਹੋ ਨਾ, ਨੀਵਿਆਂ 'ਤੇ ਹੀ ਕਿਰਪਾ ਹੋਇਆ ਕਰਦੇ। ਇਹ ਹਉਮੈ ਮਾਰਿਆਂ 'ਤੇ ਕਿਰਪਾ ਨਹੀਂ ਹੁੰਦੀ। ਉਂਝ ਪਰਮਾਤਮਾ 'ਤੇ ਸਾਰੇ ਹੀ ਕਿਰਪਾ ਕਰ ਰਿਹਾ ਸਭ 'ਤੇ, ਪਰ ਸਾਡੀ ਜਿਹੜੀ ਹਉਮੈ ਹੈ ਉਹ ਸਾਨੂੰ ਉਹਦੀ ਕਿਰਪਾ ਤੋਂ ਬਿਨਾਂ ਰਹਿਣ ਦਿੰਦੀ ਹੈ। ਇਸ ਲਈ ਪਰਮਾਤਮਾ 'ਤੇ ਸਭ 'ਤੇ ਕਿਰਪਾ ਕਰ ਰਿਹਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।